सरकार नूं चुकना पऊगा, सानूं साडा हक देना पऊगा। बिना लड़े तो कुछ मिलना नहीं, संघर्ष तो करना पैना, संघर्ष वड्डे पद्धर ते करना। जिन्ना चਿਰ मुआवजा नहीं उन्ना चਿਰ किसी पार्टी का नेता प्रचार करने वास्ते साडे पिंड ना अगली फसल बीजण नूं ना खाद वास्ते पैसे है, ना रेह वास्ते, ना स्प्रे वास्ते उधार बाणियां दिंदा नहीं। बॉर्डर स्टेट होने करके साडे इत्थे जिहड़ी समस्या नशे वाली पंजाब च है जी, वो सेम समस्या साडे उत्तरी राजस्थान च है। पता ही नहीं लग रहा सानूं, तो कोई तो कहंदा पंजाब चों आ रहा, कोई रोज इत्थों बार्डरां तो भी फड़ीदा। ਤੁਸੀਂ ਕਹਿੰਦੇ ਹੋ ਵੀ ਇੰਨੇ ਰੀਹੈਬਿਲਿਟੇਸ਼ਨ ਸੈਂਟਰ ਹੀ ਨਹੀਂ ਹੈਗੇ, खाल ही नहीं सकते, ਇੰਨੇ ਜ਼ਿਆਦਾ ਇੰਨਾ ਜ਼ਿਆਦਾ ਹੋਊਗਾ, ਇੰਨਾ ਜ਼ਿਆਦਾ ਹੋਊਗਾ। ਨਮਸਕਾਰ, ਰਾਮ ਰਾਮ, ਸਤਿ ਸ਼੍ਰੀ ਅਕਾਲ ਤੇ ਆਦਾਬ। ਮੈਂ ਪ੍ਰਦੀਪ ਧੀਮਾਨ ਤੇ ਤੁਸੀਂ ਦੇਖ ਰਹੇ ਹੋ ਪਬਲਿਕ ਗਾਰਡੀਅਨ ਰਾਜਸਥਾਨ, ਔਰ ਇਸੇ ਦੇ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੀ ਖਾਸ ਪੇਸ਼ਕਸ਼ ਹਲਕੇ ਦਾ ਹਾਲ ਦੇ ਵਿੱਚ। ਇਸ ਵਕਤ ਅਸੀਂ ਸਾਦੁਲ ਸ਼ਹਿਰ ਹਲਕੇ ਦੇ ਵਿੱਚ ਹਾਂ ਔਰ ਸਾਦੁਲ ਸ਼ਹਿਰ ਦੇ ਮੋਹਨਪੁਰਾ ਪਿੰਡ ਦੇ ਵਿੱਚ ਤੇ ਇਸ ਵਕਤ ਸਾਡੇ ਨਾਲ ਇਸ ਪਿੰਡ ਦੇ ਸਰਪੰਚ ਸੰਤਵੀਰ ਸਿੰਘ ਜੀ ਮੋਹਨਪੁਰਾ ਸਾਡੇ ਨਾਲ ਨੇ। ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਜਾਣਦੇ ਹਾਂ ਕਿ ਕਿਸ ਤਰ੍ਹਾਂ ਕੁਦਰਤੀ ਆਫਤਾਂ ਕਿਸਾਨੀ ਤੇ ਭਾਰੀ ਪੈਂਦੀਆਂ ਨੇ ਔਰ ਇਸੇ ਦੇ ਨਾਲ ਸਰਕਾਰ ਜੋ ਸੱਤਾ ਦੇ ਵਿੱਚ ਹੁੰਦੀ ਆ ਉਹ ਕਿਸਾਨੀ ਦੇ ਹਾਲ ਨੂੰ ਲੈ ਕੇ ਕਿੰਨੀ ਕੁ ਇਸ ਵੇਲੇ ਚਿੰਤਿਤ ਲੱਗ ਰਹੀ ਆ। ਇਹਨਾਂ ਸਾਰੀਆਂ ਗੱਲਾਂ ਬਾਰੇ ਅੱਜ ਅਸੀਂ ਜਾਣਾਂਗੇ। ਸੰਤਵੀਰ ਜੀ ਬਹੁਤ ਬਹੁਤ ਸਤਿ ਸ੍ਰੀ ਅਕਾਲ। ਸੰਤਵੀਰ ਜੀ, ਸਭ ਤੋਂ ਪਹਿਲਾਂ ਆਪਾਂ ਕੁਦਰਤੀ ਆਫਤਾਂ ਦੀ ਹੀ ਗੱਲ ਲੈ ਲੈਂਦੇ ਆ। ਕਿਹੜੀਆਂ ਕੁਦਰਤੀ ਆਫਤਾਂ ਨੇ ਜੋ ਜਿਨ੍ਹਾਂ ਨੂੰ ਸਰਕਾਰ ਮਾਨਤਾ ਦਿੰਦੀ ਆ ਔਰ ਕਿਹੜੀਆਂ ਆਫਤਾਂ ਐਸੀਆਂ ਨੇ ਜਿਨ੍ਹਾਂ ਨੂੰ ਸਰਕਾਰ ਮਾਨਤਾ ਨਹੀਂ ਦਿੰਦੀ, ਜਿਨ੍ਹਾਂ ਦਾ ਖਾਮਿਆਜ਼ਾ ਅੱਜ ਕਿਸਾਨ ਭੁਗਤ ਰਿਹਾ? ਭਾਈ ਸਾਹਿਬ ਜੀ, ਇਸ ਤਰ੍ਹਾਂ ਹੈ, ਸਰਕਾਰ ਦਾ ਮਨ ਹੋਵੇ ਤਾਂ ਮਾਨਤਾ ਦਿੰਦੀ ਹੈ ਜੀ, ਸਰਕਾਰ ਦਾ ਮਨ ਨਾ ਹੋਵੇ ਤਾਂ ਮਾਨਤਾ ਕਿਸੇ ਚੀਜ਼ ਨੂੰ ਹੀ ਨਹੀਂ ਦਿੰਦੀ। ਹੁਣ ਚੁਣਾਵ ਨੇੜੇ ਹੈ, ਨਿਯਮ ਤਾਂ ਇਹਨਾਂ ਦਾ ਇਹ ਕਹਿੰਦਾ ਹੈ ਪ੍ਰਾਕਰਤਿਕ ਆਪਦਾ ਹੈ ਜੋ ਕੁਦਰਤੀ ਆਫਤਾ ਹੈ, ਅਸੀਂ ਉਹਨੂੰ ਇੱਥੇ ਹਿੰਦੀ ਇਲਾਕੇ ਦੇ ਪ੍ਰਾਕਰਤਿਕ ਕਹਿ ਦਿੰਦੇ ਹਾਂ ਜੀ। ਪ੍ਰਾਕਰਤਿਕ ਆਪਦਾ ਜਿਹੜੀ ਹੈ ਉਹਦੇ ਅੰਦਰ ਗੜੇਮਾਰੀ ਵੀ ਹੁੰਦੀ ਹੈ, ਉਹਦੇ ਅੰਦਰ ਤੂਫਾਨ ਵੀ ਹੈ, ਉਹਦੇ ਅੰਦਰ ਹਨੇਰੀ ਵੀ ਹੈ, ਆਂਧੀ ਵੀ ਹੈ। ਤਾਂ ਪ੍ਰਾਕਰਤਿਕ ਆਪਦਾ ਤਾਂ ਕਈ ਤਰ੍ਹਾਂ ਦੀਆਂ ਹੈ। ਪ੍ਰਾਕਰਤਿਕ ਆਪਦਾ ਦਾ ਮਤਲਬ ਹੈ ਵੀ ਪੂਰੇ ਇਲਾਕੇ ਨੂੰ ਇੱਕ ਤਰ੍ਹਾਂ ਦਾ ਕੁਦਰਤੀ ਕਹਿਰ ਦੇ ਤਹਿਤ ਇਲਾਕੇ ਨੇ ਤਬਾਹ ਹੋ ਜਾਣਾ ਜੀ। ਲੇਕਿਨ ਗੱਲ ਇਹ ਨਾ ਵੀ ਸਰਕਾਰ ਆਪਦੇ ਨਿਯਮਾਂ ਦੇ ਤਹਿਤ ਇੰਨੇ ਕੰਪਲੀਕੇਟਡ ਉਹਨਾਂ ਦੇ ਨਿਯਮ ਹੈ ਵੀ ਜੇ ਤਾਂ ਉਹਨਾਂ ਨੇ ਉਹਨੂੰ ਮੰਨਣਾ ਹੈ ਫਿਰ ਤਾਂ ਉਸੇ ਨਿਯਮਾਂ ਦੇ ਤਹਿਤ ਹੀ ਉਹ ਰਾਹ ਕੱਢ ਲੈਂਦੇ ਆ, ਜੇ ਨਹੀਂ ਮੰਨਣਾ ਤਾਂ ਉਸੇ ਨਿਯਮਾਂ ਦੇ ਤਹਿਤ ਹੀ ਉਹ ਭੱਜ ਲੈਂਦੇ ਆ। ਹਕੀਕਤ ਇਹ ਹੈ ਵੀ ਜੇ ਵੋਟਾਂ ਇਹਨਾਂ ਨੇ ਲੈਣੀਆਂ ਹੋਣ ਤੇ ਡਰ ਬਣਿਆ ਹੋਵੇ ਜਨਤਾ ਦਾ ਜੀ, ਤਾਂ ਫਿਰ ਤਾਂ ਕੁਛ ਨਾ ਕੁਛ ਮੰਨ ਲੈਂਦੇ ਆ। ਤੇ ਜੇ ਵੋਟਾਂ ਲੈ ਲੀਆਂ ਹੋਣ, ਸਰਕਾਰਾਂ ਬਣ ਗਈਆਂ ਹੋਣ, ਅਜੇ 3-4 ਸਾਲ ਲੋੜ ਨਾ ਹੋਵੇ, ਫਿਰ ਇਹ ਭੱਜ ਲੈਂਦੇ ਆ। ਅਸਲ ਗੱਲ ਇਹ ਹੈ ਕੁਦਰਤ ਦੀ ਮਾਰ ਜਿਹੜੀ ਪੈਂਦੀ ਹੈ ਉਹ ਸੁਣਦੀ ਵੀ ਉਹਨੂੰ ਕੁਦਰਤੀ ਹੈ। ਸਰਕਾਰਾਂ ਕੁਦਰਤੀ ਮਾਰ ਨੂੰ ਫਿਲਹਾਲ ਕਿਤੇ ਵੀ ਨਹੀਂ ਸੁਣ ਰਹੀਆਂ ਜੀ। ਪਰ ਫਿਲਹਾਲ ਜੋ ਕਹਿਰ ਕੁਦਰਤ ਨੇ ਬਰਪਾਇਆ ਏ, ਜੋ ਫਸਲਾਂ ਆਪਾਂ ਨਰਮੇ ਦੀ ਗੱਲ ਕਰ ਲੈਂਦੇ ਆ, ਨਰਮੇ ਤੇ ਬਹੁਤ ਜ਼ਿਆਦਾ ਕਹਿਰ ਬਰਪਿਆ ਹੈ ਕੁਦਰਤ ਦਾ, ਉਹਦੇ ਬਾਰੇ ਕੀ ਵਿਚਾਰ ਨੇ ਤੁਹਾਡੇ? ਹੁਣ ਕਰਨਾ ਕੀ ਹੈ ਅੱਗੇ? ਦੇਖੋ ਜੀ, ਨਰਮਾ ਦੇ ਕਹਿਰ ਹੈ ਦੋ ਤਰ੍ਹਾਂ ਦਾ। ਪਹਿਲੀ ਗੱਲ ਤਾਂ ਇਹ ਸੀਗਾ ਕਿ ਜਿਹੜੀ ਬੀਜ ਕੰਪਨੀਆਂ ਨੇ ਸਾਨੂੰ BT ਬੀਜ ਦਿੱਤਾ ਜੀ, ਉਸ ਬੀਜ ਕੰਪਨੀਆਂ ਨੇ ਨੌਨ BT ਬੀਜ ਮਿਕਸ ਕਰਤਾ, ਕੀਤਾ ਸਰਕਾਰ ਦੀ ਮਨਜ਼ੂਰੀ ਨਾਲ। ਐਸੀ ਗੱਲ ਨਹੀਂ ਵੀ ਨਹੀਂ ਉਹਨਾਂ ਦੀ ਮਨਜ਼ੂਰੀ ਤੋਂ ਬਿਨਾਂ ਕਰਤਾ। ਸਾਡਾ ਮੰਨਣਾ ਇਹ ਹੈ ਵੀ ਉਹ ਨੌਨ BT ਬੀਜ ਜ਼ਿਆਦਾ BT ਹੈ ਹੀ ਨਹੀਂ। ਉਹਦਾ ਪ੍ਰਭਾਵ ਕੀ ਪਿਆ ਕਿ ਪੂਰੇ 3 ਜ਼ਿਲ੍ਹਿਆਂ 'ਚ, ਜਿਹਨੂੰ ਅਸੀਂ ਨਾਰਥ ਰਾਜਸਥਾਨ ਕਹਿ ਦਿੰਦੇ ਹਾਂ, ਹਨੂਮਾਨਗੜ੍ਹ, ਗੰਗਾਨਗਰ, ਨਵਾਂ ਜ਼ਿਲ੍ਹਾ ਬਣਿਆ ਅਨੂਪਗੜ੍ਹ, ਸਾਡਾ ਹੀ ਹਿੱਸਾ ਗੰਗਾਨਗਰ ਦੇ ਦੋਨੇ ਜ਼ਿਲ੍ਹਾ, ਇੱਕੋ ਹੀ ਪੱਟੀ ਹੈ ਤਕਰੀਬਨ ਇਹ, ਜਿੱਥੇ ਫਸਲ ਵੀ ਤਕਰੀਬਨ ਇੱਕੋ ਹੀ ਹੁੰਦੀ ਹੈ ਜੀ। ਤਾਂ ਇਹਨਾਂ 3 ਜ਼ਿਲ੍ਹਿਆਂ ਦੇ ਅੰਦਰ ਜਿਹੜੀ ਗੁਲਾਬੀ ਸੁੰਡੀ ਹੈ, ਪਿੰਕ ਬੋਲਵਰਮ, ਹਾਲਾਂਕਿ BT ਦੇ ਵਿੱਚ ਕਵਰ ਹੈ ਲੇਕਿਨ ਉਹਨੇ ਬਿਲਕੁਲ ਤਬਾਹੀ ਠਾਤੀ। ਕਿਸਾਨਾਂ ਨੂੰ ਪਤਾ ਸੀਗਾ ਕਿ ਜਿਹੜੇ ਬੀਜ ਨੇ ਉਹ ਨੌਨ BT ਤੇ BT ਦੇ ਮਿਕਸ ਆ ਰਹੇ ਨੇ? ਨਹੀਂ, ਇਹ ਤਾਂ ਪਤਾ ਸੀ ਮਿਕਸ ਆ ਰਹੇ, ਲੇਕਿਨ ਉਹਨਾਂ ਨੇ ਉੱਤੇ ਪੈਕੇਟ ਦੇ ਉੱਤੇ ਮਾਤਰਾ ਲਿਖੀ ਸੀ ਜੀ ਵੀ ਸਾਡੀ ਇਹਦੀ ਮਾਤਰਾ 5 ਤੋਂ 10% ਹੈ, ਕਿਸੇ ਦੇ ਅੰਦਰ 5%, ਕਿਸੇ ਦੇ ਅੰਦਰ 10%। ਸਰਕਾਰ ਨੇ ਕਿੰਨੀ ਜਾਇਜ਼ ਕਰਾਰ ਦਿੱਤੀ? ਇੰਨੀ ਕੀਤੀ 5-10%। ਸਰਕਾਰ ਨੇ ਮਨਜ਼ੂਰੀ ਦਿੱਤੀ ਉਹਨਾਂ ਨੂੰ 5-10% ਤੇ। ਲੇਕਿਨ ਸਾਡਾ ਮੰਨਣਾ ਇਹ ਹੈ ਵੀ ਸਾਡੇ ਲਿਖਿਆ 5-10% ਗਿਆ, ਪਰ ਟੋਟਲੀ ਜਿਹੜਾ ਨਾ ਸਾਨੂੰ ਨੌਨ BT ਬੀਜ ਦੇਤਾ। BT ਉਹਦੇ 'ਚ ਹੈ ਹੀ ਬਹੁਤ ਥੋੜਾ, ਵਰਨਾ ਇੰਨੇ ਵੱਡੀ ਸੰਖਿਆ ਦੇ ਵਿੱਚ ਸੁੰਡੀ ਕਿਉਂ ਆਉਂਦੀ? ਹਾਲਾਤ ਇਹ ਹੈ ਧੀਮਾਨ ਸਾਹਿਬ, ਬਹੁਤੇ ਜਿਹੜੇ ਕਾਸ਼ਤਕਾਰ ਹੈ ਉਹ ਆਪਦੇ ਵੱਡੇ ਨਰਮੇ ਨੂੰ 6-6 ਫੁੱਟ 7-7 ਫੁੱਟ ਦੇ ਨਰਮੇ ਤੇ ਰੂਟਾਵੇਟਰ ਚਲਾ ਰਹੇ ਆ ਵੀ ਚੱਲ ਅਗਲੀ ਫਸਲ ਤਾਂ ਬੀਜ ਲਈਏ। ਕੋਈ ਬੰਦਾ ਬੱਚੇ ਨੂੰ ਪਾਲ ਕੇ ਜਵਾਨ ਕਰਕੇ ਜਦੋਂ ਉਹਨੂੰ ਵਿਆਹੁਣਾ ਹੋਵੇ ਉਦੋਂ ਉਹਦਾ ਗਲ ਘੁੱਟ ਸਕਦਾ?
ਫਸਲ ਨੂੰ ਪਾਲ ਲਿਆ, ਖਾਦ ਦੇਤੀ, ਸਪਰੇਅ ਕਰਤੀ, ਉਸ ਤੋਂ ਬਾਅਦ ਜਦੋਂ ਹੁਣ ਚੁਗਣਾ ਸੀ ਉਦੋਂ ਕੋਈ ਬੰਦਾ ਉਹਨੂੰ ਰੂਟਾਵੇਟਰ ਚਲਾ ਕੇ ਤੇ ਖਤਮ ਕਰੇ, ਕਿੱਡਾ ਕੁ ਜਿਗਰਾ ਹੋਊਗਾ ਉਹਦਾ? ਕਿਉਂ ਕਰ ਰਿਹਾ ਉਹ? ਇਸ ਕਰਕੇ ਕਰ ਰਿਹਾ ਕਿ ਜਿਹੜੀ ਉਹਨਾਂ ਦੀ ਸੁੰਡੀ ਸੀ, ਉਹਨਾਂ ਦੇ ਬੀਜ ਦੇ ਕਾਰਨ, ਨਕਲੀ ਬੀਜ ਦੇ ਕਾਰਨ ਨਰਮਾ ਤਬਾਹ ਹੋ ਗਿਆ। ਕਰੇ ਕੀ? ਅੱਛਾ, ਕੀਮਤ ਕਿੰਨੀ ਰਹੀ? ਕੀਮਤ ਬੀਟੀ ਦੀ ਹੀ ਦਿੰਦੇ ਰਹੇ ਕਿ ਨਾਨ ਬੀਟੀ ਦੇ ਕੀਮਤ ਤੇ ਤੁਹਾਨੂੰ ਇਹ ਬੀਜ ਮਿਲੇ ਸੀ? ਦੋ ਗੱਲਾਂ, ਪਹਿਲਾਂ ਤਾਂ ਮੈਂ ਮਗਰਲੀ ਗੱਲ ਨੂੰ ਜੋੜਾਂ, ਕੀਮਤ ਫੇਰ ਦੱਸਦਾ ਜੀ। ਪਹਿਲੀ ਗੱਲ ਤਾਂ ਇਹ ਵੀ ਕੀ ਆਪਾਂ ਇਹਨੂੰ ਕੁਦਰਤੀ ਆਫਤਾਂ ਮੰਨੀਏ? ਕੁਦਰਤੀ ਆਪਦਾ ਦੇ ਤਹਿਤ ਅਸੀਂ ਮੁਆਵਜ਼ਾ ਮੰਗਦੇ ਹਾਂ, ਪਰ ਇਹ ਆਪਦਾ ਤਾਂ ਸਰਕਾਰ ਨੇ ਖੜੀ ਕੀਤੀ ਹੈ, ਬੀਜ ਕੰਪਨੀਆਂ ਨੇ ਖੜੀ ਕੀਤੀ ਹੈ। ਜਿਹੜੀ ਸੁੰਡੀ ਦੀ ਆਪਦਾ ਹੈ, ਇਹ ਤਾਂ ਬੀਜ ਕੰਪਨੀਆਂ ਨੇ ਤੇ ਸਰਕਾਰ ਨੇ ਰਲ ਕੇ ਸਾਡੇ ਗਲ 'ਚ ਪਾਈ ਹੈ। ਤੇ ਜਿੱਥੋਂ ਤੱਕ ਹੁਣ ਗੱਲ ਹੈ ਪੈਸੇ ਦੀ, ਪੈਸਾ ਸਾਤੋਂ 450 ਗ੍ਰਾਮ ਦੇ ਪੈਕੇਟ ਦਾ 850 ਰੁਪਇਆ ਲਿਆ ਗਿਆ, ਯਾਨੀ ਕਿ ਬਹੁਤ ਜ਼ਿਆਦਾ ਪੈਸਾ ਲਿਆ ਗਿਆ। ਹੁਣ ਤੁਸੀਂ ਕਾਨੂੰਨ ਦਾ ਸਹਾਰਾ ਲਾਓਗੇ ਫਿਰ, ਕਿਉਂਕਿ ਇਹ ਕੁਦਰਤੀ ਆਫਤ ਤਾਂ ਨਜ਼ਰ ਨਹੀਂ ਆ ਰਹੀ, ਜਿਵੇਂ ਤੁਸੀਂ ਕਿਹਾ ਕਿ ਸ਼ਮੂਲੀਅਤ ਸਰਕਾਰ ਦੀ ਹੈ ਜਾਂ ਫਿਰ ਕੰਪਨੀਆਂ ਦੀ ਗਲਤੀ ਹੈ, ਤਾਂ ਫਿਰ ਸਹਾਰਾ ਤਾਂ ਤੁਸੀਂ ਕਾਨੂੰਨ ਦਾ ਹੀ ਤੁਹਾਡੇ ਕੋਲ ਰਹਿ ਗਿਆ। ਅਸੀਂ ਦੱਸਦੇ ਹਾਂ ਤੁਹਾਨੂੰ, ਦੇਖੋ ਸਾਡੇ ਦੋ ਆਫਤਾਂ ਆ ਗਈਆਂ, ਜੀ। ਇੱਕ ਤਾਂ ਸੁੰਡੀ ਦੀ ਆ ਗਈ, ਇੱਕ 15 ਤਰੀਕ ਨੂੰ ਬਹੁਤ ਵੱਡਾ ਤੂਫਾਨ ਆਇਆ ਇਲਾਕੇ 'ਚ, ਔਰ ਉਸ ਤੂਫਾਨ ਨੇ, ਉਹ ਕੁਦਰਤੀ ਆਪਦਾ ਮੰਨਦੇ ਹਾਂ ਅਸੀਂ, ਜੇ ਤੂਫਾਨ ਕੁਦਰਤ ਦੇ ਕਾਰਨ ਆਇਆ, ਉਹਨੇ ਨਰਮੇ ਗੁਆਰੇ ਜਿਹੜੇ ਵੱਡੇ ਪਏ ਸੀ ਉਹ ਚੱਕ ਕੇ ਲੈ ਗਿਆ, ਉਡਾ ਤੇ, ਨਰਮੇ ਤੋੜਤੇ, ਬਿਲਕੁਲ ਮੰਨ ਲਓ ਐ ਥੱਲੇ ਲਾਤੇ, ਤੋੜਤੇ, ਨਰਮੇ ਦੇ ਟੀਂਡੇ ਜਿਹੜੇ ਕੋਈ ਮਾੜੇ ਮੋਟੇ ਸੀਗੇ ਸੁੰਡੀ ਤੋਂ ਬਚੇ ਉਹ ਵੀ ਤਬਾਹ ਕਰਤੇ। ਤਾਂ ਸਾਡੀਆਂ ਹੁਣ ਮੰਗਾਂ ਦੋ ਜੁੜ ਗਈਆਂ, ਸੁੰਡੀ ਵਾਲੀ ਤਾਂ ਸੀ ਨਾਲ ਕੁਦਰਤੀ ਆਫਤ ਵਾਲੀ, ਜਿਹੜੀ ਕੁਛ ਏਰੀਏ 'ਚ ਆਪਦਾ ਹੈ ਨਹੀਂ ਗੀ, ਜ਼ਿਆਦਾਤਰ ਏਰੀਏ 'ਚ ਹੈਗੀ ਹੈ। ਹੁਣ ਜਿਹੜੀ ਗੱਲ ਹੈ ਤੁਸੀਂ ਨੇ ਵੀ ਕੀ ਅਸੀਂ ਕਾਨੂੰਨ ਦਾ ਸਹਾਰਾ ਲਈਏ, ਤਾਂ ਪਹਿਲੀ ਗੱਲ ਤਾਂ ਇਹ ਹੈ ਜੀ, ਪਹਿਲੀ ਗੱਲ ਤਾਂ ਸਹਾਰਾ ਹੈ ਸਾਡੇ ਸੰਘਰਸ਼ ਦਾ। ਪਹਿਲੀ ਗੱਲ ਤਾਂ ਅਸੀਂ ਮੰਨਦੇ ਹਾਂ ਕਿ ਅਸੀਂ ਸੰਘਰਸ਼ ਕਰਾਂਗੇ, ਵੋਟਾਂ ਦਾ ਈਅਰ ਹੈ, ਵੋਟਾਂ ਦਾ ਸਾਲ ਹੈ, ਔਰ ਸੰਘਰਸ਼ ਦੇ ਤਹਿਤ ਅਸੀਂ ਆਪਦਾ ਹੱਕ ਲਵਾਂਗੇ। ਸਰਕਾਰ ਨੂੰ ਝੁਕਣਾ ਪਊਗਾ, ਸਾਨੂੰ ਸਾਡਾ ਹੱਕ ਦੇਣਾ ਪਊਗਾ। ਜਿਹੜਾ ਕੋਰਟ ਜਾਣ ਦੀ ਗੱਲ ਹੈ, ਇਹ ਇੱਕ ਅਲੱਗ ਤਰ੍ਹਾਂ ਦੀ ਲੀਗਲ ਟੀਮ ਨਾਲ ਅਸੀਂ ਗੱਲ ਕਰ ਰਹੇ ਹਾਂ। ਕੋਰਟ ਜਾਣ ਦੀ ਗੱਲ ਹੈ, ਸਾਨੂੰ ਜਿਹੜਾ ਨਕਲੀ ਬੀਜ ਆ ਸਾਡੇ ਕੋਲੇ ਅੱਗੇ ਵਾਸਤੇ ਵਿਕਲਪ ਕੋਈ ਨਹੀਂ, ਅਲਟਰਨੇਟਿਵ ਕੋਈ ਨਹੀਂ, ਉਹਨਾਂ ਗੱਲਾਂ ਨੂੰ ਲੈ ਕੇ ਉਹਦੇ ਅੰਦਰ ਰਿਸਰਚ ਕਰਾਈ ਜਾਵੇ, ਕਿੰਨਾ ਬੀਟੀ ਸੀ, ਕਿੰਨਾ ਨਾਨ ਬੀਟੀ ਸੀ, ਇਹ ਗੱਲਾਂ ਤਾਂ ਇੱਕ ਅਲੱਗ ਤਰ੍ਹਾਂ ਦੀਆਂ ਜੀ। ਲੇਕਿਨ ਜਿਹੜੀ ਸਾਡੀ ਮੰਗ ਹੈ ਹੁਣ ਵੀ ਸਾਡਾ ਨੁਕਸਾਨ ਹੋ ਗਿਆ, ਔਰ ਉਸ ਨੁਕਸਾਨ ਦਾ ਸਾਨੂੰ ਮੁਆਵਜ਼ਾ ਦਵਾਇਆ ਜਾਵੇ। ਜਿਹੜੀ ਸਾਡੀ ਡਿਮਾਂਡ 20,000 ਰੁਪਏ ਕਿੱਲੇ ਨਰਮੇ ਦੇ ਮੁਆਵਜ਼ੇ ਦੀ ਹੈ, ਮੂੰਗੀ ਗਵਾਰ ਦੇ 20,000 ਹੈ, ਗੰਨੇ ਦੀ ਤੇ ਬਾਗ ਦੀ ਜਿਹੜੀ ਉਹ 35,000 ਹੈ। ਗੰਨਾ ਵੀ ਬਿਲਕੁਲ ਲੰਬਾ ਪੈ ਗਿਆ, ਜਮਾ ਖਤਮ ਹੋ ਗਿਆ, ਬਾਗਾਂ ਦੇ ਫਲ ਡਿੱਗ ਪਏ, ਜਮਾ ਖਤਮ ਹੋ ਗਏ। ਔਰ ਨਾਲ ਸਾਡੀ ਲੇਬਰ ਦੀ ਮੰਗ ਵੀ ਹੈ ਜੀ, ਵੀ ਲੇਬਰ ਵੀ ਮਰ ਗਈ। ਲੇਬਰ ਨੂੰ ਸੀਜ਼ਨ ਸਾਡਾ ਹੀ ਆਉਣਾ ਸੀ। ਜਿਵੇਂ ਪੰਜਾਬ ਦੇ ਅੰਦਰ ਇੱਕ ਸਾਲ ਪ੍ਰਕਾਸ਼ ਸਿੰਘ ਬਾਦਲ ਨੇ ਤੇ ਪਿਛਲੇ ਤੋਂ ਪਿਛਲੇ ਸਾਲ ਕੇ ਪਿਛਲੇ ਸਾਲ ਭਗਵੰਤ ਮਾਨ ਨੇ ਵੀ ਲੇਬਰ ਨੂੰ ਤੇ ਇਹਨਾਂ ਨੂੰ ਮੁਆਵਜ਼ਾ ਦਿੱਤਾ ਸੀ, ਉਸੇ ਤਰਜ਼ ਤੇ ਸਾਡੀ ਮੰਗ ਹੈ ਪਹਿਲਾਂ ਤਾਂ ਸਾਨੂੰ ਸਰਕਾਰ ਮੁਆਵਜ਼ਾ ਦੇਵੇ। ਕਾਨੂੰਨੀ ਲੜਾਈ ਲੜਨੀ ਅਸੀਂ ਕੰਪਨੀਆਂ ਨੂੰ ਇੱਕ ਅਲੱਗ ਵਿਸ਼ਾ, ਉਹ ਲੜਾਂਗੇ, ਉਹ ਤਾਂ ਕੋਈ ਆਡੀ ਨਹੀਂ। ਜਥੇਬੰਦੀ 'ਚ ਕੀ ਚਰਚਾਵਾਂ ਨੇ? ਜੇਕਰ GKS ਦੀ ਗੱਲ ਕਰੀਏ, ਜਥੇਬੰਦੀ ਕਿੰਨਾ ਗੱਲਾਂ ਨੂੰ ਲੈ ਕੇ ਸਹਿਮਤੀ ਦੇ ਰਹੀ ਹੈ? ਸਾਡੀ ਮੀਟਿੰਗ ਸੀ ਕੱਲ ਜੀ, ਗੁਰਦੁਆਰਾ ਸਿੰਘ ਸਭਾ 'ਚ, ਚੰਗਾ ਇਕੱਠ ਸੀ। ਸਾਡੀ ਜਥੇਬੰਦੀ ਸਾਰੀ ਤਾਂ ਸੀ, ਜਥੇਬੰਦੀ ਤੋਂ ਇਲਾਵਾ ਵੀ ਜਿਹੜੇ ਸਾਡੇ ਸਕਰੀਆ ਸਦੱਸਿਆ ਹੈ, ਐਕਟਿਵ ਮੈਂਬਰ ਹੈ ਜਿਹੜੇ, ਉਹ ਵੀ ਸਾਰੇ ਸੀਗੇ। ਵੱਡੀ ਮੀਟਿੰਗ ਸੀ। ਉਸ ਮੀਟਿੰਗ ਦੇ ਵਿੱਚ ਲੋਕਾਂ ਨੂੰ ਪੁੱਛਿਆ ਗਿਆ ਵੀ ਆਪਾਂ ਕੀ ਕਰੀਏ। ਲੋਕਾਂ ਨੇ ਸਹਿਮਤੀ ਦਿੱਤੀ ਵੀ ਆਪਾਂ ਨੂੰ ਲੜਨਾ ਤਾਂ ਪੈਣਾ ਹੈ, ਬਿਨਾਂ ਲੜੇ ਤਾਂ ਕੁਝ ਮਿਲਣਾ ਨਹੀਂ, ਸੰਘਰਸ਼ ਤਾਂ ਕਰਨਾ ਪੈਣਾ ਹੈ, ਸੰਘਰਸ਼ ਵੱਡੇ ਪੱਧਰ ਤੇ ਕਰਨਾ ਪੈਣਾ। ਤਾਂ ਫਿਰ ਅਸੀਂ ਕਿਹਾ ਵੀ ਵੱਡੀ ਮੀਟਿੰਗ ਬੁਲਾਈ ਜਾਵੇ, ਇੱਕ ਵੱਡਾ ਜਲਸਾ ਕੀਤਾ ਜਾਵੇ। ਤਾਂ ਅਸੀਂ ਸੋਮਵਾਰ ਰੱਖਿਆ ਸੀ ਪਹਿਲਾਂ, ਪਰ ਹੁਣ ਸੋਮਵਾਰ ਦੀ ਛੁੱਟੀ ਹੈ ਸਾਨੂੰ ਪਤਾ ਲੱਗਿਆ, ਤਾਂ ਅਸੀਂ ਐਕਸਟੈਂਡ ਕਰਕੇ ਉਹਨੂੰ ਮੰਗਲਵਾਰ ਤੱਕ ਲੈ ਕੇ ਜਾਵਾਂਗੇ, ਕਿਉਂਕਿ ਸੋਮਵਾਰ ਦੀ ਛੁੱਟੀ ਹੈ, ਸਰਕਾਰੀ ਛੁੱਟੀ ਹੈ ਜੀ। ਤਾਂ ਕਹਿਣ ਦਾ ਮਤਲਬ ਇਹ ਹੈ ਵੀ ਪਹਿਲਾਂ ਤਾਂ ਅਸੀਂ ਇਹ ਵੀ ਜਲਸਾ ਕਰਕੇ ਲੋਕਾਂ ਨੂੰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅਸੀਂ ਗੰਗਾ ਸਿੰਘ ਚੌਂਕ, ਗੰਗਾ ਨਗਰ ਕਲੈਕਟਰੇਟ ਦੇ ਅੱਗੇ ਸੱਦਾਂਗੇ ਜੀ। ਸਾਡੀ ਜਥੇਬੰਦੀ ਦਾ ਇੱਕ ਨਿਯਮ ਹੈ ਵੀ ਅਸੀਂ ਫੈਸਲਾ ਲੋਕਾਂ ਦੀ ਕਚਹਿਰੀ 'ਚ ਹੀ ਕਰਦੇ ਹਾਂ। ਜੋ ਵੀ ਲੜਾਈ ਲੜਨੀ ਹੈ ਉਹ ਲੋਕਾਂ ਤੋਂ ਪੁੱਛ ਕੇ ਹੀ, ਲੋਕ ਹੀ ਮਾਈਕ ਤੇ ਬੁਲਾਉਂਦੇ ਆ, ਲੋਕ ਆਪਦੇ ਸੁਝਾਅ ਦਿੰਦੇ ਆ, ਲੋਕਾਂ ਦੀ ਕਚਹਿਰੀ 'ਚ ਹੱਥ ਖੜੇ ਕਰਾ ਕੇ ਅਸੀਂ ਉਹ ਆਪਦਾ ਪ੍ਰਸਤਾਵ ਪ੍ਰਪੋਜ਼ਲ ਪਾਸ ਕਰਾਉਂਦੇ ਆ ਤੇ ਫਿਰ ਉਹਦੇ ਤੇ ਲੜਦੇ ਆ। ਅਸੀਂ ਇੱਕ ਪ੍ਰਸਤਾਵ ਕੱਲ ਸਾਡੀ ਮੀਟਿੰਗ 'ਚ ਆਇਆ ਜੀ, ਉਹ ਪ੍ਰਸਤਾਵ ਇਹ ਆਇਆ ਵੀ ਇੱਕ ਅਸੀਂ ਹੈਸ਼ਟੈਗ ਵੀ ਬਣਾਉਣਾ ਹੈ ਔਰ ਇਹ ਟ੍ਰੈਂਡ ਚਲਾਉਣਾ ਅਸੀਂ ਵੀ ਮੁਆਵਜ਼ਾ ਨਹੀਂ ਤਾਂ ਵੋਟ ਨਹੀਂ, ਮੁਆਵਜ਼ਾ ਨਹੀਂ ਤਾਂ ਵੋਟ ਨਹੀਂ। ਮਤਲਬ ਹੁਣ ਜਿਹੜੇ ਕਿਸਾਨ ਨੇ ਉਹ ਸਿੱਧੀ ਚੋਟ ਇਲੈਕਸ਼ਨ ਤੇ ਮਾਰਨ ਵਾਲੇ। ਬਿਲਕੁਲ ਜੀ, ਵੀ ਅਗਰ ਮੁਆਵਜ਼ਾ ਨਹੀਂ ਤਾਂ ਵੋਟ ਨਹੀਂ। ਵੀ ਅਸੀਂ ਜੇ ਵੋਟ ਪਾ ਕੇ ਕਰਨਾ ਕੀ ਹੈ ਜੀ, ਅਸੀਂ ਵੋਟ ਪਾ ਕੇ ਨਵੀਂ ਸਰਕਾਰ ਹੀ ਤਾਂ ਚੁਣਨੀ ਹੈ। ਤੇ ਜਿਹੜੀ ਚੁਣੀ ਹੋਈ ਸਰਕਾਰ ਹੈ,
ਜੇ ਉਹੋ ਹੀ ਸਾਨੂੰ ਮੰਨ ਲਓ ਮੁਆਵਜ਼ਾ ਨਹੀਂ ਦਿੰਦੀ, ਜੇ ਉਹੋ ਹੀ ਸਾਡੀ ਗੱਲ ਨਹੀਂ ਸੁਣਦੀ, ਤਾਂ ਨਵੀਂ ਸਰਕਾਰ ਅਸੀਂ ਕਿਹੜੇ ਚਾਅ ਨਾਲ ਚੁਣੀਏ ਜੀ, ਕਿਹੜੇ ਹੌਸਲੇ ਨਾਲ ਚੁਣੀਏ ਤੇ ਕਿਉਂ ਚੁਣੀਏ? ਫਿਰ ਦਾ ਮਤਲਬ ਤਾਂ ਸਾਫ਼ ਹੈ ਵੀ ਜੇ ਮੁਆਵਜ਼ਾ ਸਾਨੂੰ ਕੋਈ ਨਹੀਂ ਦਿੰਦਾ ਤਾਂ ਅਸੀਂ ਇਹ ਪ੍ਰਸਤਾਵ ਰੱਖਣਾ ਹੈ, ਵੱਡੀ ਮੀਟਿੰਗ ਗੰਗਾ ਸਿੰਘ ਚੌਂਕ ਤੇ ਜਿਹੜੀ ਹੋਣੀ ਹੈ, ਔਰ ਕਿਸਾਨਾਂ ਨੂੰ ਪਾਸ ਕਰਾਉਣ ਵਾਸਤੇ ਅਪੀਲ ਵੀ ਕਰਨੀ ਹੈ ਵੀ ਪਿੰਡਾਂ ਦੇ ਅੰਦਰ ਬਾਹਰਲੇ ਪਾਸੇ ਪਿੰਡੀ ਬੈਨਰ ਲਾਏ ਜਾਣ ਔਰ ਉਹਨਾਂ ਦੇ ਉੱਤੇ ਲਿਖਿਆ ਜਾਵੇ ਕਿ ਜਿੰਨਾ ਚਿਰ ਮੁਆਵਜ਼ਾ ਨਹੀਂ ਉਹਨਾਂ ਚਿਰ ਕਿਸੇ ਪਾਰਟੀ ਦਾ ਨੇਤਾ ਪ੍ਰਚਾਰ ਕਰਨ ਵਾਸਤੇ ਸਾਡੇ ਪਿੰਡ ਨਾ ਆਵੇ ਜੀ। ਅੱਛਾ, ਕਿੰਨਾ ਮੁਆਵਜ਼ਾ ਪ੍ਰਤੀ ਏਕੜ ਲੋੜ ਹੈ ਤੇ ਕਿੰਨਾ ਨੁਕਸਾਨ ਕਿੰਨੇ ਖੇਤਰਫਲ ਚ ਹੋਇਆ? ਦੇਖੋ, ਨੁਕਸਾਨ ਤਾਂ ਹੋ ਗਿਆ ਬਹੁਤ ਜ਼ਿਆਦਾ ਜੀ। ਨੁਕਸਾਨ ਤਾਂ ਤੁਸੀਂ ਮੰਨ ਕੇ ਚੱਲੋ ਤਾਂ ਜਿੰਨਾ ਅਸੀਂ ਮੁਆਵਜ਼ਾ ਮੰਗੀ ਜਾਂਦੇ ਇਹਨਾਂ ਦਾ ਖਰਚਾ ਹੋ ਗਿਆ ਸਾਡਾ। ਮੰਗ ਤਾਂ ਅਸੀਂ ਖਰਚਾ ਹੀ ਰਹੇ ਹਾਂ ਜੀ ਵੀ ਸਾਡਾ 35 ਤੋਂ 40 ਹਜ਼ਾਰ ਰੁਪਇਆ ਕਿੱਲੇ ਦਾ ਨਰਮਾ ਘੱਟੋ ਘੱਟ ਹੋਣਾ ਸੀ ਜੀ, ਔਰ 15 ਤੋਂ 20 ਹਜ਼ਾਰ ਨਰਮੇ ਤੇ ਖਰਚਾ ਹੋ ਜਾਂਦਾ ਹੈ। ਜਦੋਂ ਜੀ ਅੱਧ ਬਚਦਾ ਹੈ, ਅੱਧ ਨਰਮੇ ਤੇ ਖਰਚਾ ਚਲਾ ਜਾਂਦਾ। ਅਜੇ ਚੁਗਾਈ 6 ਪਈ ਹੈ, ਪਿੱਛੇ ਪਈ ਹੈ। ਤਾਂ ਪਰ ਸਾਨੂੰ ਪਤਾ ਹੈ ਵੀ ਚੱਲ ਸਾਨੂੰ ਅਸੀਂ ਜੇ ਉਹਨਾਂ ਮੰਗਾਂਗੇ ਜਿੰਨੀ ਸਾਡੀ ਕਮਾਈ ਹੈ ਇਹਨਾਂ ਨੇ ਦੇਣਾ ਨਹੀਂ, ਅਸੀਂ ਇਹਨੇ ਵੀ ਚੱਲ ਜਿੰਨਾ ਸਾਡਾ ਖਰਚਾ ਹੋ ਗਿਆ ਸਾਨੂੰ ਉਹੀ ਮਿਲ ਜੇ, ਉਹਦੇ ਨਾਲ ਅਸੀਂ ਅਗਲੀ ਫਸਲ ਤਾਂ ਬੀਜ ਲਈਏ ਜੀ। ਇਸ ਟਾਈਮ ਧੀਮਾਨ ਸਾਹਿਬ ਕਿਸਾਨਾਂ ਦੇ ਇਹ ਹਾਲਾਤ ਹੈ ਵੀ ਉਹਨਾਂ ਕੋਲੇ ਅਗਲੀ ਫਸਲ ਬੀਜਣ ਨੂੰ ਨਾ ਖਾਦ ਵਾਸਤੇ ਪੈਸੇ ਹੈ, ਨਾ ਰੇਹ ਵਾਸਤੇ, ਨਾ ਸਪਰੇਅ ਵਾਸਤੇ। ਉਧਾਰ ਬਾਣੀਆਂ ਦਿੰਦਾ ਨਹੀਂ, ਬੈਂਕ ਉਹਨਾਂ ਨੇ ਚੱਕੇ ਵੇ ਹੈ। ਉਹ ਅਗਲੀ ਫਸਲ ਕਾਹਦੇ ਨਾਲ ਬੀਜਣਗੇ? ਇਹ ਉਹਨਾਂ ਨੂੰ ਸਭ ਤੋਂ ਵੱਡਾ ਫਿਕਰ ਤਾਂ ਇਹ ਬਣਿਆ ਹੋਇਆ ਵੀ ਅਗਲੀ ਫਸਲ ਕਾਹਦੇ ਨਾਲ ਬੀਜਣ। ਬਦਲ ਵੀ ਕੀ ਹੈ ਜੇ ਮੈਂ ਪੁੱਛਾਂ ਕਿ ਅਗਲੇ ਸਾਲ ਫੇਰ ਇਹੀ ਸੀਜ਼ਨ ਆਵੇਗਾ ਜੀ, ਤਾਂ ਹੁਣ ਤੁਸੀਂ ਨਰਮਾ ਬੀਜੋਗੇ ਜਾਂ ਫਿਰ ਕੋਈ ਬਦਲ ਲੱਭ ਰਹੇ? ਸਭ ਤੋਂ ਵੱਡੀ ਚਿੰਤਾ ਹੈ, ਸਭ ਤੋਂ ਵੱਡੀ ਚਿੰਤਾ ਹੈ ਅਸੀਂ ਮੁਆਵਜ਼ੇ ਤੇ ਲੜ ਲਾਂਗੇ, ਮੁਆਵਜ਼ਾ ਲੈ ਲਾਂਗੇ, ਮੁਆਵਜ਼ਾ ਉਹਨਾਂ ਨੂੰ ਦੇਣਾ ਪਊ, ਬਿਲਕੁਲ ਲੜਾਂਗੇ, ਅਸੀਂ ਸੰਘਰਸ਼ ਕਰਾਂਗੇ। ਸਾਨੂੰ ਸਭ ਤੋਂ ਵੱਡੀ ਚਿੰਤਾ ਇਹ ਹੈ ਵੀ ਸਾਡੇ ਇਲਾਕੇ 'ਚ ਵਿਕਲਪ ਹੀ ਹੈ ਨਹੀਂ, ਵਿਕਲਪ ਖਤਮ ਹੋ ਗਿਆ। ਕੱਲਾ ਇਹ ਨਰਮਾ ਨਹੀਂ ਜੀ। ਦੇਖੋ ਤੁਸੀਂ ਸਾਡੇ ਇੱਥੇ ਫਸਲਾਂ ਕਿਹੜੀਆਂ ਨੰਬਰ 1 ਨਰਮਾ ਜੀ। ਨਰਮੇ ਨੂੰ ਗੁਲਾਬੀ ਸੁੰਡੀ ਪੈ ਗਈ ਤਾਂ ਨਰਮਾ ਜਿਹੜਾ ਹੁਣ ਅਗਲੇ ਸਾਲ ਐਤਕੀ ਜਦੋਂ ਗੁਲਾਬੀ ਸੁੰਡੀ ਨੇ ਖਤਮ ਕਰਤਾ ਤੇ ਇਹਨਾਂ ਨੇ ਆਪਦੇ ਪੈਕੇਟ ਦੇ ਉੱਤੇ ਲਿਖਤਾ ਬਈ ਰੈਜ਼ਿਸਟੈਂਸ ਵਧਾ ਲਿਆ, ਇਹਨੇ ਡਿਵੈਲਪ ਕਰ ਲਿਆ ਗੁਲਾਬੀ ਸੁੰਡੀ ਨੇ, ਪਿੰਕ ਬੋਲਵਰਮ ਨੇ। ਤੇ ਇਹਦਾ ਮਤਲਬ ਰੈਜ਼ਿਸਟੈਂਸ ਤਾਂ ਹੋਰ ਵਧੂਗਾ, ਜੇ ਉਹਨੇ ਵਧਾ ਲਿਆ ਤਾਂ ਹੋਰ ਵਧੂਗਾ। ਇਹਦਾ ਮਤਲਬ ਅਗਲੇ ਸਾਲ ਤਾਂ ਬਿਲਕੁਲ ਸਾਫ਼ ਕਰ ਦੂਗੀ ਗੁਲਾਬੀ ਸੁੰਡੀ। ਇਹਦਾ ਮਤਲਬ ਸਾਡੇ ਕੋਲੇ ਕੋਈ ਵਿਕਲਪ ਤਾਂ ਹੈ ਹੀ ਨਹੀਂ ਨਰਮੇ ਦਾ। ਹੁਣ ਅਗਲੀ ਗੱਲ ਆ ਗਈ ਹੈ ਵੀ ਦੂਜੀ ਫਸਲ ਹੈ ਸਾਡੀ ਗੰਨਾ ਜੀ। ਗੰਨਾ ਇੱਕ ਲਿਮਟਿਡ, ਸਾਡੇ ਇੱਕ ਹੀ ਮਿਲ ਹੈ ਇੱਥੇ, ਲਿਮਟਿਡ ਏਰੀਆ 'ਚ ਗੰਨਾ ਬੀਜਿਆ ਜਾਂਦਾ ਹੈ। ਅਗਰ ਗੰਨਾ ਲਿਮਟਿਡ ਏਰੀਆ 'ਚ ਬੀਜਿਆ ਜਾਂਦਾ ਤਾਂ ਮਿਲ ਲੈਂਦਾ ਹੈ। ਅਗਰ ਗੰਨਾ ਅਸੀਂ ਸਾਰੇ ਹੀ ਬੀਜ ਲਈਏ ਵੀ ਆਪਾਂ ਚਲੋ ਗੰਨਾ ਬੀਜ ਲੈਂਦੇ ਅੱਗੇ ਤੋਂ, ਤਾਂ ਸਾਡਾ ਲੈਣਾ ਹੀ ਕਿਸੇ ਨੇ ਨਹੀਂ, ਇੰਨੀ ਉਹਨਾਂ ਦੀ ਸਮਰੱਥਾ ਨਹੀਂ। ਉਦੋਂ ਅਗਲੀ ਆ ਗਈ ਸਾਡੀ ਫਸਲ ਮੂੰਗੀ ਤੇ ਗਵਾਰਾ। ਠੀਕ ਹੈ, ਇਹ ਸਾਰਿਆਂ ਨੂੰ ਪਤਾ ਹੈ ਵੀ ਮੂੰਗੀ ਤੇ ਗਵਾਰਾ ਜਿਹੜਾ ਹੈ ਨਾ ਉਹ ਮੌਸਮ ਆਧਾਰਿਤ ਫਸਲ ਹੈ ਵੀ ਜੇ ਮੌਸਮ ਕਿਸੇ 5-4 ਸਾਲਾਂ ਤੋਂ 1 ਸਾਲ ਚੰਗਾ ਲੱਗਦਾ ਹੈ, ਜੇ ਮੀਂਹ ਜ਼ਿਆਦਾ ਪੈ ਜੇ ਤਾਂ ਨਹੀਂ ਹੁੰਦੀ, ਘੱਟ ਪੈ ਜੇ ਤਾਂ ਨਹੀਂ ਹੁੰਦੀ, ਫੰਗਸ ਆ ਜੇ ਤਾਂ ਨਹੀਂ ਹੁੰਦੇ। ਮਤਲਬ ਮੂੰਗ ਗਵਾਰਾ ਕਿਤੇ 5 ਤੇ ਸਰੋਂ ਇਹ ਇਹੋ ਜਿਹੀਆਂ ਫਸਲਾਂ ਹੈ ਜਿਹੜੀਆਂ ਮੌਸਮ ਬਿਲਕੁਲ ਅਨੁਕੂਲ ਚਾਹੀਦਾ ਇਹਨਾਂ ਨੂੰ। ਅਗਰ ਮੌਸਮ ਪੂਰਾ ਅਨੁਕੂਲ ਨਾ ਹੋਵੇ ਤਾਂ ਇਹ ਨਹੀਂ ਹੁੰਦੀਆਂ। ਰਿਸਕ ਓਨਾ ਹੀ ਰਹਿਣਾ ਜਿੰਨਾ ਨਰਮੇ ਤੇ ਵੀ ਪਏ ਨਹੀਂ ਪਤਾ ਹੋਣਾ ਨਹੀਂ ਹੋਣਾ। ਕੁਦਰਤ ਦੇ ਸਾਰੇ ਖੇਤੀਆਂ ਹੈ, ਪਾਣੀ ਮਿਲ ਜੇ ਪੂਰਾ, ਖਾਦ ਦੇ ਦਈਏ, ਫਿਰ ਵੀ ਮੌਸਮ ਟੈਂਪਰੇਚਰ ਵੱਧ ਗਿਆ ਘਟ ਗਿਆ, ਸਰੋਂ ਨੂੰ ਪਾਲਾ ਮਾਰ ਗਿਆ, ਮਤਲਬ ਠੰਡ ਜ਼ਿਆਦਾ ਪੈ ਗਈ, ਛੋਲਿਆਂ ਨੂੰ ਚਾਣਨੀ ਮਾਰ ਗਈ। ਇਹ ਇਹੋ ਜਿਹੀਆਂ ਫਸਲਾਂ ਜਿਹੜੀਆਂ ਪੱਕੀਆਂ ਨਹੀਂ ਹੈ। ਬਾਗ ਦੀ ਸਾਡੇ ਇੱਥੇ ਮਾਰਕੀਟਿੰਗ ਨਹੀਂ ਹੈ। ਕਿੰਨੂ ਗੰਗਾਨਗਰ ਦਾ ਮਸ਼ਹੂਰ ਹੈ, ਪੂਰੇ ਹਿੰਦੁਸਤਾਨ 'ਚ ਮਸ਼ਹੂਰ ਹੈ, ਪਰ ਇਸ ਟਾਈਮ ਉਹਦੀ ਕੋਈ ਮਾਰਕੀਟਿੰਗ ਨਹੀਂ, ਕੋਈ ਪ੍ਰੋਸੈਸਿੰਗ ਪਲਾਂਟ ਨਹੀਂ, ਕੁਛ ਹੋਰ ਨਹੀਂ। ਤਾਂ ਅਸੀਂ ਕੱਲ ਦੀ ਮੀਟਿੰਗ ਦੇ ਵਿੱਚ ਕਲੈਕਟਰ ਸਾਹਿਬ ਕੋਲੇ ਸਰਕਾਰ ਨੂੰ ਮੰਗ ਕੀਤੀ ਹੈ ਵੀ ਸਾਨੂੰ ਅਫੀਮ ਦੀ ਖੇਤੀ ਦੇ ਪੱਟੇ ਜਾਰੀ ਕੀਤੇ ਜਾਣ। ਸਾਡੇ ਕੋਲੇ ਹੋਰ ਵਿਕਲਪ ਕੋਈ ਨਹੀਂ। ਇਸੇ ਹੀ ਰਾਜਸਥਾਨ 'ਚ ਅਫੀਮ ਬਿਜਾਈ ਜਾਂਦੀ ਹੈ, ਉਹਦੀ ਖੇਤੀ ਕਰਵਾਈ ਜਾਂਦੀ ਹੈ। ਝਾਲਾਵਾੜ, ਚਿੱਤੌੜ, ਪਾਲੀ, ਇਹ ਸਾਰੇ ਇਸ ਖੇਤਰ ਦੇ ਵਿੱਚ ਅਫੀਮ ਬਿਜਾਈ ਜਾਂਦੀ ਹੈ। ਤੁਹਾਡੇ ਵੱਲ ਰੁਝਾਨ ਨਹੀਂ ਆ, ਤੁਹਾਨੂੰ ਇਜਾਜ਼ਤ ਨਹੀਂ ਮਿਲਦੀ ਹੈਗੀ? ਇਜਾਜ਼ਤ ਨਹੀਂ ਮਿਲਦੀ ਸਾਡੇ। ਉਲਟਿਆ ਜੇ ਅਫੀਮ ਬਿਜਾਈ ਜਾਵੇ ਤਾਂ ਉਹਦੇ ਨਾਲ ਸਾਡੇ 2 ਫਾਇਦੇ ਹੁੰਦੇ ਆ। ਇੱਕ ਤਾਂ ਸਾਡੀ ਫਸਲ ਹੈ ਜਿਹੜੀ ਸਾਡੇ ਰਾਜਸਥਾਨ 'ਚ ਆਲਰੇਡੀ ਬੀਜੀ ਦੀ ਹੈ, ਸਾਡਾ ਪੰਜਾਬ ਨਾਲ ਲੱਗਦਾ ਕਰਕੇ ਸਾਨੂੰ ਮਨਜ਼ੂਰੀ ਨਹੀਂ ਦੇ ਰਹੇ, ਜਾਂ ਪਾਕਿਸਤਾਨ ਨਾਲ ਲੱਗਦਾ ਕਰਕੇ ਨਹੀਂ ਦੇ ਰਹੇ, ਰੱਬ ਜਾਣਦਾ ਹੈ, ਉਹਨਾਂ ਦੀ ਪਾਲਿਸੀ ਹੈ ਕੋਈ। ਪਰ ਸਾਡੀ ਮੰਗ ਹੈ ਵੀ ਸਾਨੂੰ ਅਫੀਮ ਦੇ ਪੱਟੇ ਜਾਰੀ ਕਰਾਏ ਜਾਣ। ਦੂਜਾ ਸਾਡਾ ਇਹ ਹੈ ਵੀ ਸਾਡੇ ਪਹਿਲਾਂ ਇੱਥੇ ਪਰਮਿਟ ਜਾਰੀ ਕੀਤੇ ਹੋਏ ਸੀ ਅਫੀਮ ਖਾਣ ਵਾਲੇ, ਜਿਹੜੇ ਕੋਈ ਅਮਲੀ ਸੀ, ਜਿਹੜੇ ਅਫੀਮ ਦੇ ਨਸ਼ੇ ਤੇ ਲੱਗ ਚੁੱਕੇ ਸੀ ਜਾਂ ਪੋਸਟ ਦੇ ਨਸ਼ੇ ਤੇ ਲੱਗ ਚੁੱਕੇ ਸੀ, ਉਹਨਾਂ ਨੂੰ ਰਾਜਸਥਾਨ ਗਵਰਨਮੈਂਟ ਨੇ ਪਰਮਿਟ ਜਾਰੀ ਕੀਤੇ ਹੋਏ ਸੀ ਵੀ ਤੁਹਾਨੂੰ ਇੰਨੀ ਅਫੀਮ ਜਾਂ ਇੰਨਾ ਪੋਸਟ ਮਹੀਨੇ ਦਾ ਸਰਕਾਰ ਦੇਊਗੀ। ਠੀਕ ਹੈ।
ਔਰ ਉਹਦੇ ਨਾਲ ਇਹ ਕੁਦਰਤੀ ਨਸ਼ਾ ਤਾਂ ਬਜ਼ੁਰਗਾਂ ਨੂੰ ਸੀ, ਇਹ ਮੇਰੇ ਦਾਦੇ ਹੋਣਾ ਦੇ ਟਾਈਮ ਦੀ ਗੱਲ ਮੈਂ ਕਰਦਾ ਜੀ। ਮੇਰੇ ਬਾਪ ਤੱਕ ਕੁਝ ਗੱਲਾਂ ਇਹ ਰਹੀਆਂ, ਉਸ ਤੋਂ ਬਾਅਦ ਸਰਕਾਰ ਨੇ ਖਤਮ ਕਰਤੀਆਂ, ਸਾਡੇ ਵੇਖਦੇ ਹੀ ਖਤਮ ਹੋਈਆਂ। ਔਰ ਲੇਕਿਨ ਉਦੋਂ ਕੋਈ ਹੋਰ ਨਸ਼ਾ ਹੈ ਨਹੀਂ ਸੀ। ਦਿੰਦੇ ਸੀ ਘਰ? ਹਾਂ ਜੀ ਬਿਲਕੁਲ, ਪਰਮਿਟ ਤੇ ਦਿੰਦੇ ਸੀ। 35 ਪਰਮਿਟ ਤੇ ਦੇ ਦਿੰਦੇ? ਹਾਂ 35 ਗ੍ਰਾਮ ਤੋਂ ਲੈ ਕੇ 60 ਗ੍ਰਾਮ ਤਾਈਂ ਠੀਕ ਹੈ। ਪਿਓਰ ਅਫੀਮ ਜਿਹੜੀ ਮੇਰੇ ਦਾਦਾ ਜੀ ਦਾ ਪਰਮਿਟ ਸੀ ਜੀ, ਸਰਕਾਰ ਦਿੰਦੀ ਸੀ। ਪੋਸਟ ਦੇ ਵੀ ਪਰਮਿਟ ਸੀ, ਸਰਕਾਰ ਦਿੰਦੀ ਸੀ। ਪੋਸਟ ਦੇ ਠੇਕੇ ਸੀ, ਸਰਕਾਰ ਉਹਨਾਂ ਪਰਮਿਟਾਂ ਨੂੰ ਜਾਰੀ ਕਰਦੀ। ਪਰਮਿਟ ਹਰ ਸਾਲ ਰਿਨਿਊ ਕਰਦੀ ਸੀ ਜੀ, ਜਿਵੇਂ ਹਥਿਆਰ ਦਾ ਪਰਮਿਟ ਹੁੰਦਾ ਇਸੇ ਤਰ੍ਹਾਂ ਦਾ ਪਰਮਿਟ ਸੀ। ਪਰ ਉਦੋਂ ਬਾਅਦ ਸਰਕਾਰ ਨੇ ਉਹ ਬੰਦ ਕਰਤਾ, ਅੰਤਰਰਾਸ਼ਟਰੀ ਦਬਾਅ ਚ ਆ ਕੇ। ਰਾਜੀਵ ਗਾਂਧੀ ਪ੍ਰਧਾਨ ਮੰਤਰੀ ਸੀ, ਇਹਨਾਂ ਨੇ ਬੰਦ ਕਰਤਾ ਕੰਮ। ਸਾਡਾ ਉਹਦੇ ਨਾਲ ਦੋ ਨੁਕਸਾਨ ਹੋਏ। ਇੱਕ ਤਾਂ ਚਲੋ ਅਸੀਂ ਇੱਥੇ ਫਸਲ ਮੰਗ ਰਹੇ ਹਾਂ, ਸਾਨੂੰ ਫਸਲ ਦਾ ਵਿਕਲਪ ਦਿੱਤਾ ਜਾਵੇ ਜੀ। ਦੂਜਾ ਪੰਜਾਬ ਨਾਲ ਦਾ ਲੱਗਦਾ ਇਲਾਕਾ ਹੋਣ ਕਰਕੇ ਤੇ ਬਾਰਡਰ ਸਟੇਟ ਹੋਣ ਕਰਕੇ ਸਾਡੇ ਇੱਥੇ ਜਿਹੜੀ ਸਮੱਸਿਆ ਨਸ਼ੇ ਵਾਲੀ ਪੰਜਾਬ 'ਚ ਹੈ ਜੀ, ਉਹ ਸੇਮ ਸਮੱਸਿਆ ਸਾਡੇ ਉੱਤਰੀ ਰਾਜਸਥਾਨ 'ਚ ਆ ਗਈ। ਯਾਨੀ ਕਿ ਜਿਹੜੀ ਨੌਜਵਾਨ ਬਹੁਤ ਜ਼ਿਆਦਾ ਮੰਨ ਲਓ ਜਿਹੜੇ ਇਹਨਾਂ ਨਸ਼ੇ 'ਚ ਗਰਕ ਹੋ ਗਏ। ਕਾਹਦੇ 'ਚ? ਮੈਡੀਕਲ ਨਸ਼ਾ ਤੇ ਚਿੱਟਾ। ਠੀਕ ਹੈ ਜੀ, ਸਾਡੀਆਂ ਪੀੜ੍ਹੀਆਂ ਤਬਾਹ ਹੋ ਰਹੀਆਂ, ਟੀਕੇ ਲਾ ਕੇ ਮੁੰਡੇ ਮਰ ਰਹੇ ਆ। ਔਰ ਇਸ ਟਾਈਮ ਜੇ ਆਪਾਂ ਉਹਨਾਂ ਨੂੰ ਰੀਹੈਬਿਲਿਟੇਸ਼ਨ ਸੈਂਟਰ 'ਚ ਲੈ ਕੇ ਜਾਈਏ, ਨਸ਼ਾ ਮੁਕਤੀ ਕੇਂਦਰਾਂ 'ਚ, ਤਾਂ ਇੰਨੇ ਇਹਨਾਂ ਕੋਲੇ ਨਸ਼ਾ ਮੁਕਤੀ ਕੇਂਦਰ ਹੀ ਹੈ ਨਹੀਂ। ਸਾਡਾ ਤਾਂ ਕਹਿਣਾ ਸਰਕਾਰ ਨੂੰ ਇਹ ਸੀ, ਅਸੀਂ ਕਿਹਾ ਵੀ ਹੈ, ਕੱਲ ਵੀ ਕਿਹਾ ਸਰਕਾਰ ਨੂੰ, ਲਿਖ ਕੇ ਵੀ ਦਿੱਤਾ ਹੈ। ਸਾਡੀ ਗੱਲ ਸਰਕਾਰ ਤੱਕ, ਸੀਐਮ ਤੱਕ ਪਹੁੰਚ ਵੀ ਗਈ ਹੈ, ਅਖਬਾਰਾਂ 'ਚ ਵੀ ਆ ਗਈ ਵੀ ਸੀਐਮ ਸਾਹਿਬ ਨੇ ਇਹ ਗੱਲ ਸੁਣੀ ਹੈ ਸਾਡੀ। ਵੀ ਇੱਕ ਤਾਂ ਪਹਿਲਾਂ ਤਾਂ ਜਿਹੜੇ ਨਸ਼ੇ ਵਾਲੇ ਹੈ ਉਹਨਾਂ ਦੇ ਕੈਂਪ ਲਵਾ ਕੇ, ਸਰਵੇ ਕਰਵਾ ਕੇ, ਔਰ ਡਾਕਟਰ ਤੈਅ ਕਰਨ ਵੀ ਇਹਨਾਂ ਨੂੰ ਪਰਮਿਟ ਦੇਣਾ ਕਿ ਨਹੀਂ ਦੇਣਾ। ਤੁਸੀਂ ਕਹਿੰਦੇ ਹੋ ਵੀ ਇੰਨੇ ਰੀਹੈਬਿਲਿਟੇਸ਼ਨ ਸੈਂਟਰ ਹੀ ਨਹੀਂ ਹੈਗੇ, ਖੋਲ ਹੀ ਨਹੀਂ ਸਕਦੇ। ਇੰਨਾ ਜ਼ਿਆਦਾ ਹੋ ਗਿਆ, ਇੰਨਾ ਜ਼ਿਆਦਾ ਹੋ ਗਿਆ, ਇੰਨਾ ਜ਼ਿਆਦਾ ਹੋ ਗਿਆ। ਤੇ ਆਉਂਦਾ ਕਿੱਥੋਂ ਹੈ ਜੀ? ਪਤਾ ਹੀ ਨਹੀਂ ਲੱਗ ਰਿਹਾ ਸਾਨੂੰ ਤਾਂ। ਕੋਈ ਤਾਂ ਕਹਿੰਦਾ ਪੰਜਾਬ 'ਚੋਂ ਆ ਰਿਹਾ, ਕੋਈ ਰੋਜ਼ ਇੱਥੋਂ ਬਾਰਡਰਾਂ ਤੋਂ ਵੀ ਫੜੀਦਾ। ਤਕਰੀਬਨ ਮਹੀਨੇ 2 ਮਹੀਨਿਆਂ ਤੋਂ ਵੱਡੀ ਘਟਨਾ ਹੁੰਦੀ ਹੈ, ਬਾਰਡਰਾਂ ਤੋਂ ਫੜਿਆ ਜਾਂਦਾ। ਪਾਕਿਸਤਾਨ ਬਾਰਡਰ ਤੋਂ ਆਉਂਦੇ ਹੀ ਹੋਣੇ ਆ। ਅਗਰ ਸਪਲਾਈ ਹੁੰਦੀ ਆ ਤਾਂ ਤਸਕਰ ਆਉਂਦੇ ਹੀ ਹੋਣੇ ਆ, ਫੜੇ ਵੀ ਜਾਂਦੇ ਹੋਣੇ। ਜ਼ਿਆਦਾਤਰ ਤਾਂ ਜੀ ਜਿਹੜੇ ਸਾਡੇ ਆਮ ਨੌਜਵਾਨ ਹੈ ਉਹ ਪਿੰਡਾਂ 'ਚ ਤਾਂ ਹਜੇ ਘੱਟ ਵੇਚਦੇ ਆ, ਉਹ ਮੰਡੀਆਂ 'ਚੋਂ ਲੈ ਕੇ ਆਉਂਦੇ ਆ। ਜ਼ਿਆਦਾਤਰ ਜਿਹੜੀ ਵਿਕਰੀ ਜਿਹੜੀ ਹੈ ਪੰਜਾਬ 'ਚ ਤਾਂ ਪਿੰਡਾਂ 'ਚ ਹੋ ਰਹੀ ਹੈ ਨਾ, ਸਾਡੇ ਇੱਥੇ ਪਿੰਡਾਂ 'ਚ ਨਹੀਂ ਹੋ ਰਹੀ। ਗੋਲੀਆਂ ਗਾਲੀਆਂ ਤਾਂ ਪਿੰਡਾਂ 'ਚ ਹੋ ਰਹੀ ਹੈ, ਚਿੱਟੇ ਦੀ ਪਿੰਡਾਂ 'ਚ ਨਹੀਂ ਹੋ ਰਹੀ। ਚਿੱਟੇ ਦੀ ਵਿਕਰੀ ਜਿਹੜੀ ਹੈ ਉਹ ਜ਼ਿਆਦਾਤਰ ਮੰਡੀਆਂ 'ਚ ਹੋ ਰਹੀ ਹੈ, ਸ਼ਹਿਰਾਂ 'ਚ, ਮੰਡੀਆਂ 'ਚ। ਉੱਥੇ ਜਿਹੜੇ ਮਹੱਲੇ ਆ ਨਾ, ਕੁਛ ਮੰਨ ਲਓ ਆਪਾਂ ਗਰੀਬ ਮਹੱਲੇ ਕਹਿ ਲਈਏ ਜਾਂ ਹੋਰ ਕਹਿ ਲਈਏ, ਕੁਛ ਨਸ਼ੇੜੀ ਪ੍ਰਵਰਤੀ ਦੇ ਬੱਚੇ ਉੱਥੇ ਜਿਹੜੇ ਆਲਰੇਡੀ ਫਸ ਚੁੱਕੇ ਆ, ਉਹ ਅੱਗੇ ਤੋਂ ਅੱਗੇ ਉਹਨਾਂ ਦੀ ਚੇਨ ਬਣੀ ਹੈ, ਉਹ ਅੱਗੇ ਤੋਂ ਅੱਗੇ ਉਹਨਾਂ ਨੇ ਮੰਨ ਲਓ, ਪਰ ਹੈ ਬਹੁਤ ਵੱਧ ਚੁੱਕਿਆ, ਇੰਨਾ ਵੱਧ ਚੁੱਕਿਆ ਵੀ ਜੇ ਸਰਕਾਰ ਨੇ ਇਹਦੇ ਤੇ ਬਹੁਤ ਵੱਡਾ ਐਕਸ਼ਨ ਨਾ ਲਿਆ, ਉਹਦੇ ਤੇ ਧਿਆਨ ਨਾ ਦਿੱਤਾ, ਜਾਂ ਉਹਨਾਂ ਨੂੰ ਕੋਈ ਉਹਨਾਂ ਦਾ ਵਿਕਲਪ ਨਾ ਦਿੱਤਾ, ਅਸੀਂ ਤਾਂ ਕਹਿੰਦੇ ਪਰਮਿਟ ਬਣਾ ਦਿੱਤੇ ਜਾਣ ਉਹਨਾਂ ਦੇ। ਤੁਸੀਂ ਕਹਿੰਦੇ ਹੋ ਚੇਨ ਹੈ? ਹਾਂ, ਤੁਸੀਂ ਕਹਿੰਦੇ ਹੋ ਚੇਨ ਹੈ। ਹਾਂ, ਚੇਨ ਦਾ ਮਤਲਬ ਆਪਾਂ ਕੀ ਸਮਝੀਏ? ਵੀ ਇੱਕ ਬੱਚਾ ਲੈਂਦਾ ਤਾਂ ਦੂਜੇ ਨੂੰ ਵੀ। ਸਾਨੂੰ ਜਿਸ ਤੱਕ ਜਾਣਕਾਰੀ ਮਿਲੀ ਹੈ ਜੀ, ਪੰਜਾਬ 'ਚੋਂ ਵੀ ਅਸੀਂ ਜਿਵੇਂ ਦੇਖ ਰਹੇ ਹਾਂ, ਜਾਣਕਾਰੀ ਮਿਲਦੀ ਹੈ, ਰਿਸ਼ਤੇਦਾਰੀਆਂ ਵੀ ਹੈ, ਨੈੱਟ ਰਾਹੀਂ ਮੀਡੀਆ ਰਾਹੀਂ ਜਾਣਕਾਰੀ ਮਿਲਦੀ ਹੈ। ਉਹ ਵੀ ਲੋਕਾਂ ਤੋਂ, ਕਿਉਂਕਿ ਅਸੀਂ ਸਮਾਜਿਕ ਆਦਮੀ ਹਾਂ, ਬਾਹਰ ਅੰਦਰ ਰਹਿਣ ਵਾਲੇ, ਮੈਂ ਸਾਬਕਾ ਸਰਪੰਚ ਵੀ ਹਾਂ, ਇੱਕ ਜਥੇਬੰਦੀ ਦਾ ਆਗੂ ਹੈ ਜੀ। ਜਿੰਨੀ ਕਿ ਸਾਨੂੰ ਜਾਣਕਾਰੀ ਮਿਲਦੀ ਹੈ, ਸਾਡੇ ਪੁਲਿਸ ਨਾਲ ਵੀ ਮੰਨ ਲਓ ਹਰ ਅਫਸਰਾਂ ਨਾਲ ਬਹਿਣੀ ਉੱਠਣੀ ਤਾਂ ਸਾਨੂੰ ਪਤਾ ਲੱਗ ਜਾਂਦਾ, ਗੱਲਾਂ ਬਾਤਾਂ ਹੁੰਦੀਆਂ। ਜਿਹੜਾ ਬੱਚਾ ਨਸ਼ਾ ਕਰਦਾ ਹੈ ਉਹ ਕੁਛ ਚਿਰ ਤਾਂ ਆਪਦੇ ਘਰੋਂ ਪੈਸੇ ਲਿਆਉਂਦਾ ਹੈ, ਠੀਕ ਹੈ, ਫਿਰ ਉਹਦੀਆਂ ਆਦਤਾਂ ਵਿਗੜ ਜਾਂਦੀਆਂ, ਘਰੋਂ ਪੈਸੇ ਨਹੀਂ ਮਿਲਦੇ, ਫਿਰ ਉਹ ਚੋਰੀ ਕਰਨ ਲੱਗ ਜਾਂਦਾ, ਠੀਕ ਹੈ। ਫਿਰ ਉਹਨੂੰ ਮਜਬੂਰੀ ਹੋ ਜਾਂਦੀ ਹੈ ਵੀ ਉਹ ਅੱਗੇ ਵੇਚਣ ਲੱਗੇ, ਤੇ ਵੇਚਣ ਵਾਸਤੇ ਆਪਦੇ ਗਾਹਕ ਬਣਾਵੇ। ਫਿਰ ਉਹ ਦੂਜੇ ਮੁੰਡਿਆਂ ਨੂੰ ਖਰਾਬ ਕਰਦਾ ਹੈ, ਦੂਜੇ ਮੁੰਡਿਆਂ ਨੂੰ। ਅੱਛਾ, ਉਮਰ ਛੋਟੀ ਹੈ, ਇੱਕ ਵਾਰੀ ਦਿਮਾਗ ਜਿਹੜਾ ਉਹ ਨਸ਼ੇ ਤੋਂ ਪ੍ਰਭਾਵਿਤ ਹੋ ਜਾਂਦਾ ਹੈ। ਛੋਟੀ ਉਮਰ ਦੇ ਵਿੱਚ ਬੱਚੇ ਨੂੰ 2 ਵਾਰ 4 ਵਾਰ ਉਹਨੂੰ ਖਵਾਇਆ ਪਿਆਇਆ, ਉਸ ਤੋਂ ਬਾਅਦ ਉਹ ਉਸ ਘਿਰ ਜਾਂਦਾ ਉਸ ਮਾਮਲੇ 'ਚ ਆ ਕੇ, ਫਿਰ ਉਹ ਉਹਦੀ ਚੇਨ ਬਣ ਜਾਂਦਾ ਹੈ ਜੀ। ਇਸ ਤਰ੍ਹਾਂ ਕਰਕੇ ਫਿਰ ਉਹ ਵੇਚਦਾ ਹੈ ਤਾਂ ਕੁਝ ਵਿੱਚੋਂ ਰੱਖ ਲੈਂਦਾ ਆਪਦੇ ਜੋਗਰਾ, ਦੂਜਾ ਪੈਸੇ ਵੱਟ ਲੈਂਦਾ। ਇਸ ਤਰ੍ਹਾਂ ਕਰਕੇ ਚੇਨ ਬਣਦੀ ਜਾਂਦੀ ਹੈ। ਇਹ ਚੇਨ ਮੈਂ ਇਹ ਤਾਂ ਕਹਿਣਾ ਹੈ ਵੀ ਮੇਰੇ ਪਿੰਡ ਦੇ ਅੰਦਰ ਇੱਥੇ ਇੱਕ ਮੁੰਡਾ ਹੁੰਦਾ ਸੀ ਜੀ, ਕਦੇ ਕਦਾਈ ਉਹ ਵੀ ਸ਼ਰੇਆਮ ਸ਼ਰਮ ਮੰਨਦਾ ਸੀ, ਕਦੇ ਉਹਨੇ ਸ਼ਰੇਆਮ ਨਹੀਂ ਸੀ ਸਾਨੂੰ ਦੇਖਿਆ। ਪਰ ਹੁਣ ਜੇ ਉਹਨਾਂ ਬੱਚਿਆਂ ਨੂੰ ਕਈ ਵਾਰੀ ਤਾਂ ਅਸੀਂ ਗਾਂਹ ਵਾਲੀ ਪੀੜ੍ਹੀ ਨੂੰ ਪਛਾਣਦੇ ਤੱਕ ਵੀ ਨਹੀਂ ਵੀ ਕਿਹਦਾ ਬੱਚਾ ਹੈ। ਪਰ ਹੁਣ ਜੇ ਜਿੰਨੀ ਕੁ ਸਾਨੂੰ ਜਾਣਕਾਰੀ ਮਿਲਦੀ ਹੈ ਨੌਜਵਾਨ ਮੁੰਡਿਆਂ ਤੋਂ ਪਿੰਡ 'ਚ, ਤਾਂ ਇਹ ਲੱਗਦਾ ਜੀ ਵੀ ਉਹ ਵੀ ਕਰਦਾ ਜੀ, ਉਹ ਵੀ ਕਰਦਾ ਜੀ, ਉਹ ਵੀ ਕਰਦਾ। ਤਾਂ 10-15 ਮੁੰਡੇ ਵੇਖਣ 'ਚ ਸਾਡੇ ਪਿੰਡ 'ਚ ਹੀ ਆ ਗਏ। ਜਦੋਂ ਕਿ ਸਾਡੇ ਪਿੰਡ 'ਚ ਨਸ਼ਾ ਪਹਿਲਾਂ ਘੱਟ ਹੈ, ਕਿਉਂਕਿ ਪਿੰਡ ਸ਼ੁਰੂ ਤੋਂ ਖੇਡਾਂ ਨਾਲ ਜੁੜਿਆ ਹੋਇਆ ਹੈ। ਕਬੱਡੀ ਦੇ ਵਿੱਚ ਸਾਡਾ ਪਿੰਡ ਕਾਫੀ ਨੈਸ਼ਨਲ ਸਟੇਟ ਤੱਕ ਖੇਡਿਆ ਹੋਇਆ ਹੈ, ਵਾਲੀਬਾਲ ਮੁੰਡਾ ਖੇਡਦੇ ਆ, ਕ੍ਰਿਕਟ ਖੇਡਦੇ ਆ, ਤਾਂ ਸ਼ਹਿਰ ਦੇ ਨੇੜੇ ਹੈ। ਸਾਡੇ ਪਿੰਡ 'ਚ ਵੱਡਾ ਪਿੰਡ ਹੋਣ ਤੋਂ ਬਾਵਜੂਦ ਨਸ਼ਾ ਘੱਟ ਸੀ, ਪਰ ਮੈਂ ਕਹਿੰਦਾ ਇੱਕ ਦੀ ਜਗ੍ਹਾ ਜੇ ਹੁਣ 15 ਵੀ ਵੇਖਣ ਨੂੰ ਮਿਲ ਰਹੇ ਆ, ਤਾਂ ਇਹਦਾ ਮਤਲਬ ਬਹੁਤ ਤੇਜ਼ੀ ਨਾਲ ਵੱਧ ਰਿਹਾ। ਇਹੀ 15-20 50 ਵੀ ਹੋਣਗੇ। ਤੁਹਾਨੂੰ ਲੱਗਦਾ ਵੀ ਅਫੀਮ ਨਾਲ ਇਹ ਕੰਟਰੋਲ ਹੋ ਸਕਦਾ? ਉਹਦਾ ਇੱਕ ਵਿਕਲਪ ਹੈ ਜੀ, ਵਿਕਲਪ ਹੈ।
ਵੀ ਜੇ ਅਫੀਮ ਸਾਡੇ ਦਾਦੇ 80 ਸਾਲ ਦੇ ਖਾ 90 ਸਾਲ ਦੇ ਗੁਜ਼ਰੇ ਹੈ, ਉਹਨਾਂ ਨੂੰ ਕੋਈ ਸਰੀਰਕ ਤੇ ਮਾਨਸਿਕ ਉਹਦਾ ਰੋਗ ਨਹੀਂ ਹੋਇਆ, ਉਲਟਾ ਉਹਨਾਂ ਨੇ ਵਧੀਆ ਕੰਮ ਕੀਤਾ, ਵਧੀਆ ਤੰਦਰੁਸਤ ਰਹੇ, ਤਾਂ ਇਹ ਸਰਕਾਰ ਨੂੰ ਸੋਚਣਾ ਚਾਹੀਦਾ। ਅਗਰ ਉਹਨਾਂ ਨੂੰ ਸਰਕਾਰ ਨੂੰ ਲੱਗਦਾ ਹੈ ਵੀ ਇਹ ਮਾੜੀ ਚੀਜ਼ ਹੈ ਤਾਂ ਫਿਰ ਤਾਂ ਅਲੱਗ ਗੱਲ ਹੈ, ਪਰ ਅਸੀਂ ਤਾਂ ਤਜਰਬੇ ਦੀ ਗੱਲ ਕਰਦੇ ਹਾਂ ਵੀ ਸਾਡੇ ਪਿਓ ਦਾਦਿਆਂ ਨੇ ਖਾਧੀ ਹੈ, ਬਹੁਤਿਆਂ ਨੇ ਖਾਧੀ ਹੈ। ਮੇਰੇ ਖੁਦ ਦੇ ਦਾਦਾ ਜੀ ਦਾ ਪਰਮਿਟ ਸੀ ਤਾਂ ਕੋਈ ਉਹਨਾਂ ਨੂੰ ਤਾਂ ਤਕਲੀਫ ਨਹੀਂ ਹੋਈ। ਤਾਂ ਫਿਰ ਇਹੋ ਜਿਹੇ ਜਿਹੜੇ ਸਾਡੇ ਨੌਜਵਾਨ ਮੁੰਡੇ 25 ਸਾਲਾਂ ਨੂੰ 30 ਨੂੰ ਉੱਪਰਦਾ ਹੀ ਕੋਈ ਨਹੀਂ, ਜਿਨ੍ਹਾਂ ਦੇ ਵਿੱਚੇ ਟੀਕਾ ਰਹਿ ਜਾਂਦਾ ਹੈ, ਤੇ ਉਹਨਾਂ ਨੂੰ ਜੇ ਇਹ ਵਿਕਲਪ ਦੇ ਦਿੱਤਾ ਜਾਵੇ ਤਾਂ ਉਹ ਜ਼ਿੰਦਗੀ ਦਾ ਪੂਰੀ ਭੋਗਣ, ਆਪਦਾ ਕੰਮ ਵੀ ਕਰਨ, ਕਰੇ, ਚੋਰੀਆਂ ਵੀ ਨਾ ਕਰਨ, ਮਰਨ ਵੀ ਨਾ। ਅੱਛਾ, ਜਿਵੇਂ ਨਰਮੇ ਦੀ ਫਸਲ ਉਹ ਤੂਫਾਨ ਦੀ ਮਾਰ ਹੇਠ ਆ ਜਾਂਦੀ ਹੈ, ਜਾਂ ਅਗਰ ਬਾਰਿਸ਼ ਜ਼ਿਆਦਾ ਆ ਜਾਏ ਤਾਂ ਵੀ ਉਹਦਾ ਨੁਕਸਾਨ ਹੋ ਜਾਂਦਾ ਹੈ, ਗਲ ਜਾਂਦਾ ਹੈ, ਜਾਂ ਗੁਲਾਬੀ ਸੁੰਡੀ ਹੈ। ਅਫੀਮ ਦੀ ਖੇਤੀ ਹੈ, ਉਹਦੇ ਲਈ ਕਿੱਦਾਂ ਦਾ ਮਾਹੌਲ ਚਾਹੀਦਾ ਹੈ? ਦੇਖੋ, ਫਿਲਹਾਲ ਤਾਂ ਮੈਂ ਜ਼ਿਆਦਾ ਵੱਡੀ ਗੱਲ ਹੋ ਜੂਗੀ ਜੇ ਮੈਂ ਉਹਦੇ ਬਾਰੇ ਬਹੁਤ ਜ਼ਿਆਦਾ ਗੱਲ ਕਰਾਂ ਤਾਂ, ਕਿਉਂਕਿ ਉਹ ਪਰਲੇ ਦਕਸ਼ਣੀ ਰਾਜਸਥਾਨ ਦੀ ਖੇਤੀ ਹੈ ਤੇ ਉਹਦੇ ਬਾਰੇ ਅਸੀਂ ਬਹੁਤਾ ਨਹੀਂ ਜਾਣਦੇ। ਠੀਕ ਹੈ। ਲੇਕਿਨ ਅਸੀਂ ਮੰਗ ਚੱਕਣ ਤੋਂ ਪਹਿਲਾਂ ਜਿਹੜੇ ਉੱਥੋਂ ਦੇ ਕਾਸ਼ਤਕਾਰ ਆ ਉਹਨਾਂ ਨਾਲ WhatsApp ਗਰੁੱਪਾਂ 'ਚ ਵੀ ਜੁੜਿਆ ਹੋਇਆ ਜੀ, ਤੇ ਉਹਨਾਂ ਦੇ ਰਾਮ ਨਾਰਾਇਣ ਜੀ ਉੱਥੋਂ ਦੇ ਅਧਿਕਸ਼ ਆ ਜਥੇਬੰਦੀ ਅਫੀਮ ਵਾਲੀ ਦੇ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕੀਤੀ ਸੀ, ਅਸੀਂ ਜਾ ਕੇ ਵੀ ਆਏ ਹਾਂ। ਤਾਂ ਉਹ ਕਹਿੰਦੇ ਆ ਵੀ ਉੱਥੇ ਤਕਲੀਫ ਜਿਹੜੀ ਆ ਨਾ ਹੋਰ ਤਾਂ ਕੋਈ ਬਹੁਤੀ ਹੈ ਨਹੀਂ, ਬੀਜ ਚੰਗੇ ਆ ਅਫੀਮ ਦੇ, ਮੌਸਮ ਆਧਾਰਿਤ ਖੇਤੀ ਆ, ਗੜੇ ਗੁੜੇ ਨਾ ਮਾਰਨ ਦਾ ਕੋਈ ਦਿੱਕਤ ਨਹੀਂ। ਉਹ ਇੱਕ ਹੀ ਗੱਲ ਦੀ ਮੰਨਦੇ ਆ ਵੀ ਅਫੀਮ ਦਾ ਰੇਟ ਘੱਟ ਹੈ, ਜਿਹੜਾ ਸਰਕਾਰੀ ਰੇਟ ਹੈ ਉਹ ਬਹੁਤ ਥੋੜਾ ਹੈ। ਠੀਕ ਹੈ। ਜੇ ਅਫੀਮ ਬਲੈਕ ਦੇ ਵਿੱਚ ਬੜੀ ਮਹਿੰਗੀ ਵਿਕਦੀ ਹੈ ਜੀ, ਤੇ ਉਹਨਾਂ ਨੇ ਲੈਣੀ ਹੁੰਦੀ ਹੈ ਇੱਕ ਪੱਟੇ ਦੇ ਵੀ ਇੰਨੀ ਅਸੀਂ ਲੈਣੀ ਹੈ, ਪਟਵਾਰੀ ਗਿਰਦਾਵਰੀ ਕਰਕੇ ਕਹਿ ਦਿੰਦਾ ਵੀ ਜੇ ਤੈਨੂੰ ਇੰਨੀ ਨਹੀਂ ਤਾਂ ਬੇਸ਼ੱਕ ਗੁਆਂਢੀ ਤੋਂ ਲੈ ਕੇ ਦੇ, ਤੈਨੂੰ ਦੇਣੀ ਪੈਣੀ ਹੈ। ਤਾਂ ਫਿਰ ਉਹ ਮੰਨ ਲਓ ਜਿਹੜਾ ਨਾ ਉਹਦਾ ਬਲੈਕ ਦਾ ਰੇਟ ਆ ਉਹ ਤਾਂ ਜ਼ਿਆਦਾ ਹੈ, ਤੇ ਜੇ ਰੇਟ ਸਰਕਾਰ ਉਹਨੂੰ ਸਹੀ ਰੇਟ ਕਿਸਾਨ ਨੂੰ ਦੇ ਦੇ ਤੇ ਜੇ ਪਰਮਿਟ ਵੀ ਬਣਾ ਦੇਣ ਤਾਂ ਫਿਰ ਬਲੈਕ ਕਿੱਥੇ ਹੋਣੀ ਹੈ? ਬਲੈਕ ਤਾਂ ਹੋਣੀ ਨਹੀਂ ਜੀ। ਜਿਹੜੀ ਨਸ਼ਾ ਤਸਕਰੀ ਕਹਿ ਦਿੰਦੇ ਆ ਜੀ, ਪੋਸਟ ਇਧਰੋਂ ਭੁੱਕੀ ਆ ਗਈ, ਪੰਜਾਬ ਵਾਲੇ ਕਹਿ ਦਿੰਦੇ ਇਧਰੋਂ ਆ ਗਿਆ ਜੀ, ਇਹ ਤਾਂ ਖਤਮ ਹੋ ਜਾਣਾ ਕੰਮ ਜੀ। ਮੈਂ ਇੱਕ ਗੱਲ ਹੋਰ ਸਰਕਾਰ ਨੂੰ ਪੁੱਛਣੀ ਚਾਹੁੰਦਾ ਹੈ ਵੀ ਸਰਕਾਰ ਦੀ ਨਜ਼ਰ ਦੇ ਵਿੱਚ ਜਿਹੜਾ ਸਰਕਾਰ ਮੰਨੇ ਉਹ ਨਸ਼ਾ ਹੈ ਤੇ ਜਿਹੜਾ ਨਾ ਮੰਨੇ ਉਹ ਨਹੀਂ ਹੈ ਜੀ। ਸਰਕਾਰ ਸ਼ਰਾਬ ਨੂੰ ਵੇਚਦੀ ਹੈ, ਉਹਦੇ ਠੇਕਿਆਂ ਤੇ ਧਰ ਕੇ ਵੇਚਦੀ ਹੈ, ਚੰਗੀਆਂ ਬੋਤਲਾਂ 'ਚ ਬੰਦ ਕਰਕੇ ਵੇਚਦੀ ਹੈ, ਔਰ ਉਹਨੂੰ ਲੀਗਲੀ ਤੌਰ ਤੇ ਵੇਚਦੀ ਹੈ। ਜਦੋਂ ਕਿ ਉਹਦੇ ਨਾਲ ਬੰਦੇ ਮਰ ਰਹੇ ਆ, ਉੱਤੇ ਲਿਖਿਆ ਬੋਤਲ ਦੇ ਸ਼ਰਾਬ ਪੀਣਾ ਹਾਨੀਕਾਰਕ ਹੈ, ਸ਼ਰਾਬ ਨਾਲ ਬੰਦੇ ਮਰ ਰਹੇ ਆ, ਲੀਵਰ ਖਰਾਬ ਹੋ ਰਹੇ ਆ, ਲੇਕਿਨ ਉਹਨੂੰ ਰੈਵਨਿਊ ਆਉਂਦਾ ਹੈ ਜੀ। ਜਿਹਦੇ 'ਚ ਉਹਨੂੰ ਰੈਵਨਿਊ ਆਉਂਦਾ ਹੈ ਉਹ ਕਹਿੰਦੇ ਜੀ ਇਹ ਤੁਸੀਂ ਵੇਚ ਸਕਦੇ ਹੋ, ਸਾਡੋ ਪਰਮਿਟ ਲੈ ਲਓ, ਸੋਹਣੀ ਦੁਕਾਨ ਬਣਾ ਕੇ ਬੈਠੋ, ਔਰ ਜੇ ਤੁਸੀਂ ਘਰੇ ਕੱਢਦੇ ਹੋ ਤਾਂ ਤੁਸੀਂ ਰੋਗੀ ਹੋ, ਅਪਰਾਧੀ ਹੋ ਜੀ। ਠੀਕ ਹੈ ਜੀ। ਕਿਉਂਕਿ ਉਹਦੇ ਸਰਕਾਰ ਨੂੰ ਰੈਵਨਿਊ ਨਹੀਂ ਜਾਂਦਾ। ਤਾਂ ਇਹ ਤਾਂ ਉਹ ਇੱਕ ਪੁਰਾਣੀ ਕਹਾਵਤ ਆ ਵੀ ਤਕੜੇ ਦਾ 7ਵੀਂ 100 ਹੈ ਜੀ। ਉਹ ਗੱਲ ਹੈ ਵੀ ਰਾਜਾ ਹੈ ਨਾ ਜਿਹੜਾ, ਉਹਦੀ ਸੋਚ ਤੇ ਹੈ ਵੀ ਉਹ ਕਿਹੜੀ ਚੀਜ਼ ਨੂੰ ਨਜਾਇਜ਼ ਘੋਸ਼ਿਤ ਕਰਦੇ ਤੇ ਕਿਹੜੀ ਨੂੰ ਜਾਇਜ਼ ਘੋਸ਼ਿਤ ਕਰਦੇ। ਪਰ ਇਸ ਵਾਰ ਤਾਂ ਪ੍ਰਜਾ ਕਹਿ ਰਹੀ ਆ ਵੀ ਅਸੀਂ ਵੜ ਨਹੀਂ ਦੇਣੇ ਜੇ ਸਾਡਾ ਹੱਲ ਨਾ ਹੋਇਆ। ਬਿਲਕੁਲ ਇਹ ਅਸੀਂ ਮੰਨ ਲਓ ਪ੍ਰਸਤਾਵ ਰੱਖਣਾ ਹੈ ਅਜੇ ਮੀਟਿੰਗ 'ਚ, ਸਾਨੂੰ ਪਤਾ ਹੈ ਅਸੀਂ ਅਪੀਲ ਕਰਾਂਗੇ, ਪਾਸ ਹੋਊਗਾ, ਅਸਰਦਾਰ ਹੋਊਗਾ, ਬਿਲਕੁਲ ਅਸਰਦਾਰ ਹੋਊ। ਦਿੱਲੀ ਅੰਦੋਲਨ ਦੇ ਵਿੱਚ ਤੁਹਾਡਾ ਪਹਿਲਾਂ ਵੀ ਤੁਸੀਂ ਸਾਰੇ ਉੱਥੇ ਸੇਵਾ ਦਿੰਦੇ ਰਹੇ ਹੋ, ਟਿਕਰੀ ਬਾਰਡਰ ਤੇ ਵੀ, ਸਿੰਘੂ ਤੇ ਵੀ, ਅਸੀਂ ਰਾਜਸਥਾਨ ਵਾਲੇ ਸ਼ਾਹਜਹਾਂਪੁਰ ਬੈਠੇ ਸੀ, ਔਰ ਤੁਸੀਂ ਵੇਖਿਆ ਵੀ ਦਿੱਲੀ ਅੰਦੋਲਨ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਇੱਕ ਕਾਲ ਦਿੰਦਾ ਸੀ ਤਾਂ ਪੂਰੇ ਦੇਸ਼ ਦੇ ਅੰਦਰ ਫੋਲੋ ਹੁੰਦੀ ਸੀ, ਚਾਹੇ ਕੋਈ ਦਿੱਲੀ ਬੈਠਾ ਸੀ ਚਾਹੇ ਨਹੀਂ ਬੈਠਾ ਸੀ, ਪਿੰਡਾਂ ਵਾਲੇ ਸਾਰੇ ਬੰਦੇ ਜੇ ਕਹਿ ਦਿੰਦੇ ਸੀ ਜੀ ਅੱਜ ਚੱਕਾ ਜਾਮ ਕਰਨਾ ਹੈ, ਅੱਜ ਗਿਆਪਨ ਦੇਣੇ ਹੈ, ਸਾਰਾ ਕੁਝ ਉਹ ਫੋਲੋ ਕਰਦੇ ਸੀ ਲੋਕ। ਟਰੈਕਟਰ ਰੈਲੀਆਂ ਕੱਢਣੀਆਂ ਜੀ, ਮੀਟਿੰਗਾਂ ਕਰਾਉਣੀਆਂ ਜੀ, ਤੇ ਸਭ ਫੋਲੋ ਕਰਦੇ ਸੀ। ਕਿਸਾਨ ਜਦੋਂ ਉਹਨੂੰ ਦੀਂਦਾ ਹੀ ਕੁਛ ਨਹੀਂ ਜੀ, ਉਹ ਕੀ ਕਰੂਗਾ ਜੀ? ਉਹਨੇ ਕੀ ਲੈਣਾ ਇਹਨਾਂ ਤੋਂ? ਕਿਸਾਨ ਨੇ ਇਹ ਆਖਦਾ ਇੱਥੇ ਆ ਕੇ ਜਲਸੇ ਲਾਉਣ, ਮੀਟਿੰਗਾਂ ਕਰਨ, ਵੋਟਾਂ ਮੰਗਣ, ਤੇ ਕੁਛ ਨਾ ਕੁਛ ਕਹਿਣਗੇ ਨਾ ਸਾਨੂੰ ਵੋਟ ਕਿਉਂ ਦਿਓ ਜੀ। ਤੇ ਜੋ ਸਾਡੀ ਫਸਲ ਹੀ ਤਬਾਹ ਹੋ ਗਈ ਜੀ, ਅਸੀਂ ਇਹਨਾਂ ਦੀਆਂ ਹੋਰ ਕੀ ਗੱਲਾਂ ਸੁਣਾਂਗੇ? ਅਸੀਂ ਇਹਨਾਂ ਦੀ ਕਿਸੇ ਸੜਕ ਤੋਂ ਜਾਂ ਕਿਸੇ ਪਾਣੀ ਵਾਲੀ ਟੈਂਕੀ ਤੋਂ ਅਸੀਂ ਕੀ ਲੈਣਾ ਜੀ? ਇਹ ਨਾਰਾਜ਼ਗੀ ਮੌਜੂਦਾ ਸਰਕਾਰ ਨਾਲ ਹੀ ਹੈ ਕਿ ਪਿਛਲੀ ਸਰਕਾਰ ਨਾਲ ਵੀ ਸੀ? ਨਹੀਂ, ਮੁਆਵਜ਼ਾ ਦੋਨਾਂ ਨੇ ਦੇਣਾ ਜੀ, ਦੋਨਾਂ ਨੇ ਦੇਣਾ। ਮੁਆਵਜ਼ਾ ਕਿਸੇ ਇੱਕ ਸਰਕਾਰ ਨੇ ਨਹੀਂ ਦੇਣਾ, ਮੁਆਵਜ਼ਾ ਰਾਜ ਸਰਕਾਰ ਤੇ ਸੈਂਟਰ ਸਰਕਾਰ ਦੋਨਾਂ ਨੇ ਦੇਣਾ ਹੈ। ਕਿਉਂਕਿ ਜਿਹੜੇ ਚੁਣਾਵੀ ਵਾਅਦੇ ਹੁੰਦੇ ਆ ਉਹਨਾਂ 'ਚ ਅਕਸਰ ਇਹ ਸੁਣਨ ਦੇਖਣ ਨੂੰ ਮਿਲਦਾ ਕਿ ਉਹ ਕਹਿੰਦੇ ਆ ਜੀ ਕਿਸਾਨਾਂ ਦੇ ਕਰਜ਼ੇ ਮਾਫ ਕਰਾਂਗੇ, ਕਿਸਾਨਾਂ ਨੂੰ ਮੁਆਵਜ਼ੇ ਦੇਵਾਂਗੇ ਤੇ ਕਿਸਾਨੀ ਨੂੰ ਬਚਾਵਾਂਗੇ, ਕਿਸਾਨਾਂ ਤੇ ਕੋਈ ਬੋਝ ਨਹੀਂ ਪੈਣ ਦੇਵਾਂਗੇ, ਪਰ ਬਾਅਦ ਚੋਂ ਨਤੀਜੇ ਕੁਝ ਹੋਰ ਹੀ ਨਿਕਲਦੇ। ਬਿਲਕੁਲ ਤੁਹਾਡੀ ਗੱਲ ਸਹੀ ਹੈ, ਦੋਨੇ ਸਰਕਾਰਾਂ ਨੇ ਇਹ ਗੱਲਾਂ ਕਹੀਆਂ। ਰਾਹੁਲ ਗਾਂਧੀ ਜੀ ਇੱਥੇ ਆਏ, ਉਹਨੇ ਕਿਹਾ 1 2 3 4 5 6 ਕਰਕੇ ਕਹਿੰਦਾ 10 ਤੱਕ ਗਿਣੋਗੇ ਤੁਸੀਂ, 10 ਦਿਨਾਂ ਤੋਂ ਪਹਿਲਾਂ ਅਸੀਂ ਤੁਹਾਡੇ ਕਰਜ਼ੇ ਮਾਫ ਕਰ ਦਿਆਂਗੇ ਜੀ। ਇਹ ਠੀਕ ਹੈ, ਉਹਨਾਂ ਨੇ ਗ੍ਰਾਮ ਸੇਵਾ ਸਹਿਕਾਰੀ ਸਮਿਤੀ ਸੁਸਾਇਟੀਆਂ ਦੇ ਕਰਜ਼ ਮਾਫ ਕੀਤੇ, ਇਸ ਗੱਲ 'ਚ ਕੋਈ ਦੋ ਰਾਏ ਨਹੀਂ। ਪੂਰਨ ਕਰਜ਼ ਮਾਫੀ ਹੋਈ ਸੁਸਾਇਟੀਆਂ ਜਿਹੜੇ ਪਿੰਡਾਂ ਦੀਆਂ ਸੁਸਾਇਟੀਆਂ ਹੁੰਦੀਆਂ ਉਹਨਾਂ ਦੇ ਗੱਲਾਂ
ਉਹਨਾਂ ਨਾਲ ਬਹੁਤ ਘੱਟ ਜ਼ਿਮੀਂਦਾਰ ਜੁੜੇ ਹੁੰਦੇ ਆ, ਬਹੁਤ ਘੱਟ ਕਿਸਾਨ ਜੁੜੇ ਹੁੰਦੇ ਆ, ਬਹੁਤ ਨਹੀਂ ਵੀ ਜੁੜੇ ਹੁੰਦੇ। ਤਾਂ ਜਿਹੜੇ ਨਹੀਂ ਜੁੜੇ ਉਹਨਾਂ ਦਾ ਕੋਈ ਫਾਇਦਾ ਨਹੀਂ ਹੋਇਆ। ਠੀਕ ਜਿਹੜੇ ਜੁੜੇ ਸੀ ਉਹਨਾਂ ਦਾ ਕਿਸੇ ਦਾ 50,000 ਦਾ ਖਾਤਾ ਸੀ, ਕਿਸੇ ਦਾ ਹੱਦ ਤੋਂ ਹੱਦ ਲੱਖ ਸੀ, ਜੀ ਕਿਸੇ ਦਾ ਜਾਂ ਜ਼ਿਆਦਾ ਤੋਂ ਜ਼ਿਆਦਾ 1.5 ਸੀ, ਜੀ ਇਹ ਤੋਂ ਜ਼ਿਆਦਾ ਕਿਸੇ ਦਾ ਨਹੀਂ ਸੀ। ਤਾਂ ਜਿਹੜੇ ਸਾਡੇ ਬੈਂਕਾਂ ਦੇ ਪੈਸੇ ਕਰਜ਼ਾ ਹੈ ਉਹ ਤਾਂ ਉਵੇਂ ਦਾ ਉਵੇਂ ਪਿਆ ਜੀ ਸਾਰੇ ਬੈਂਕਾਂ ਦਾ। ਔਰ ਬੈਂਕਾਂ ਦਾ ਚੱਕਣਾ ਸਾਨੂੰ ਕਿਉਂ ਪਿਆ? 3-3 4-4 ਪੀੜ੍ਹੀਆਂ ਹੋ ਗਈਆਂ ਸਾਡੀਆਂ ਰਾਜਸਥਾਨ ਆਇਆਂ ਨੂੰ, ਜੀ ਕਾਲੇ ਬਲਦ ਨੂੰ ਸਾਡਾ ਪਿਓ ਦਾਦਾ ਕਮਾਇਆ। ਔਰ ਜੇ ਅਸੀਂ ਕੁੜੀ ਵਿਆਹੀ ਤਾਂ ਸਾਨੂੰ ਕਰਜ਼ਾ ਚੱਕਣਾ ਪੈ ਗਿਆ, ਜੇ ਅਸੀਂ ਘਰ ਪਾਇਆ ਸਾਨੂੰ ਤਾਂ ਚੱਕਣਾ ਪੈ ਗਿਆ, ਜੇ ਸਾਧਨ ਲਿਆ ਸਾਨੂੰ ਤਾਂ ਚੱਕਣਾ ਪੈ ਗਿਆ। ਵੀ 3-4 ਪੀੜ੍ਹੀਆਂ ਦੀ ਕਮਾਈ ਨੇ ਸਾਡੇ ਕੋਲੇ ਇੰਨਾ ਪੈਸਾ ਹੀ ਨਹੀਂ ਬਚਿਆ ਸਰਕਾਰੀ ਨੀਤੀਆਂ ਦੇ ਕਾਰਨ ਵੀ ਅਸੀਂ ਆਪਣੀ ਬੱਚੀ ਵਿਆਹ ਲਈਏ, ਜੀ ਅਸੀਂ ਘਰ ਹੀ ਪਾ ਲਈਏ। ਇੰਨਾ ਪੈਸਾ ਸਾਡੇ ਕੋਲ ਬਚਿਆ ਨਹੀਂ। 3 ਪੀੜ੍ਹੀਆਂ ਨੇ ਮੇਰੀ ਭੈਣ ਜਾਂ ਮੇਰੀ ਧੀ ਵਿਆਹੁਣ ਜੋਗਰਾ ਪੈਸਾ ਵੀ ਨਹੀਂ ਦਿੱਤਾ, ਉਹ ਵੀ ਸਾਨੂੰ ਬੈਂਕ ਚੋਂ ਚੱਕ ਕੇ ਵਿਆਹੁਣੀ ਪਈ। ਤਾਂ ਤੁਸੀਂ ਦੱਸੋ ਸਰਕਾਰ ਦੀਆਂ ਨੀਤੀਆਂ ਹੀ ਢੰਗ ਦੀਆਂ ਹੋਣ ਤੇ ਸਾਨੂੰ ਇਹ ਕਰਜ਼ੇ ਲੈਣੇ ਪੈਣ? ਤਾਂ ਦੋਨਾਂ ਸਰਕਾਰਾਂ ਨੇ, ਮੋਦੀ ਜੀ ਨੇ ਕਿਹਾ ਮੈਂ ਪਹਿਲੀ ਕੈਬਨਿਟ ਦੀ ਮੀਟਿੰਗ 'ਚ ਆ ਕੇ ਕਰਜ਼ਾ ਮਾਫ ਕਰੂੰਗਾ, ਕਿਸੇ ਨੇ ਨਹੀਂ ਕੀਤਾ, ਕਿਸੇ ਨੇ ਨਹੀਂ ਕੀਤਾ। ਅਸੀਂ ਕਹਿੰਦੇ ਹਾਂ ਸਾਡਾ ਕਰਜ਼ਾ ਮਾਫ ਤਾਂ ਇੱਕ ਵਾਰ ਕਰੋ, ਮੰਨਦੇ ਹਾਂ ਜੀ ਪਰ ਸਾਨੂੰ ਤੁਸੀਂ ਸਾਡਾ MSP ਦੇ ਦਿਓ। MSP ਦੇ ਦਿਓਗੇ ਤਾਂ ਤੁਹਾਨੂੰ ਕਹਿਣਾ ਹੀ ਨਹੀਂ ਪੈਣਾ ਸਾਡੇ ਕਰਜ਼ੇ ਮਾਫ ਕਰ ਦਿਓ। ਸਾਨੂੰ ਜਿਹੜਾ ਹੈ ਨਾ ਉਹ ਸਾਡਾ ਭਾਅ ਮਿਲ ਜੂਗਾ ਜੀ। ਔਰ ਜੋ ਸਾਨੂੰ ਸਾਡਾ ਭਾਅ ਮਿਲ ਜੂਗਾ ਤੇ ਸਾਡੇ ਕੋਲੇ ਆਪੇ ਪੈਸਾ ਆ ਜੂਗਾ। ਇਹ ਸਮਰਥਨ ਮੁੱਲ ਤੇ ਮੈਂ ਜਿਵੇਂ ਹੁਣ ਜਦੋਂ ਦਾ ਕਿਸਾਨ ਅੰਦੋਲਨ ਸ਼ੁਰੂ ਹੋਇਆ, ਸਮਰਥਨ ਮੁੱਲ ਤੇ ਕਿਉਂ ਸਰਕਾਰ ਤੇ ਕਿਸਾਨਾਂ ਦੇ ਵਿੱਚ ਜੋ ਕਹਿ ਸਕਦੇ ਆ ਵੀ ਸਮਰਥਨ ਹੀ ਨਹੀਂ ਬਣ ਪਾ ਰਿਹਾ? ਇਹਨੂੰ ਜੀ ਐਕਸਪੋਰਟ ਇੰਪੋਰਟ ਲੌਬੀ ਜਿਹੜੀ ਹੈ ਨਾ ਉਹ ਪ੍ਰਭਾਵਿਤ ਕਰਦੀ ਹੈ। ਹਿੰਦੁਸਤਾਨ ਦੀਆਂ ਸਰਕਾਰਾਂ ਨੂੰ ਐਕਸਪੋਰਟ ਤੇ ਇੰਪੋਰਟ ਲੌਬੀ ਚਲਾਉਂਦੀ ਹੈ। ਤੁਸੀਂ ਇਹ ਦੇਖੋ ਕਿ ਸਾਡੇ ਇੱਥੇ ਕਣਕ ਦੀ ਕੋਈ ਕਮੀ ਨਹੀਂ ਜੀ, ਲੇਕਿਨ ਪਿਛਲੇ ਸਾਲ 2800 ਰੁਪਏ ਆਸਟ੍ਰੇਲੀਆ ਤੋਂ ਕਣਕ ਖਰੀਦੀ ਗਈ ਜੀ, ਜਦੋਂ ਕਿ ਇੱਥੇ ਲੋੜ ਕੋਈ ਨਹੀਂ ਸੀ। ਜਦੋਂ ਐਕਸਪੋਰਟ ਲੌਬੀ ਪ੍ਰਭਾਵਿਤ ਕਰਦੀ ਹੈ ਇਹਨਾਂ ਨੂੰ, ਬਾਹਰ ਚੀਜ਼ ਭੇਜਣੀ ਹੈ, ਇਹ ਇੱਕ ਡਿਊਟੀ ਘਟਵਾ ਦਿੰਦੇ ਆ, ਵਧਵਾ ਦਿੰਦੇ ਆ, ਤੇ ਬਾਹਰੋਂ ਜਦੋਂ ਮੰਗਾਉਣੀ ਆ ਤਾਂ ਘਟਵਾ ਦਿੰਦੇ ਆ। ਯਾਨੀ ਕਿ ਇਹ ਲੌਬੀਆਂ ਪ੍ਰਭਾਵਿਤ ਕਰਦੀਆਂ। ਜਦੋਂ ਇੱਥੋਂ ਸਮਰਥਨ ਮੁੱਲ ਸਾਨੂੰ ਇਹ ਦੇਣਗੇ ਤਾਂ ਫਿਰ ਇਹਨਾਂ ਨੇ ਜਿਹੜਾ ਐਕਸਪੋਰਟ ਇੰਪੋਰਟ ਲੌਬੀ ਨੇ ਬਾਹਰ ਘੱਲ ਕੇ ਚੀਜ਼ ਜਾਂ ਬਾਹਰੋਂ ਮੰਗਾ ਕੇ ਪੈਸੇ ਕਮਾਉਣੇ ਆ, ਉਹ ਕਿਵੇਂ ਕਮਾਉਣਗੇ? ਸਰਕਾਰ ਕਾਰਪੋਰੇਟ ਦੇ ਹੱਥਾਂ 'ਚ ਖੇਡਦੀ ਹੈ। ਤੇ ਜਿੰਨਾ ਚਿਰ ਕਾਰਪੋਰੇਟ ਦੇ ਹੱਥਾਂ 'ਚ ਖੇਡਦੀ, ਕਿਉਂ ਖੇਡਦੀ ਹੈ? ਕਿਉਂਕਿ ਹੈਲੀਕਾਪਟਰ ਉੱਡਣ ਵਾਸਤੇ ਪੈਸੇ ਕਾਰਪੋਰੇਟ ਦਿੰਦਾ ਹੈ, ਅਸੀਂ ਨਹੀਂ ਦਿੰਦੇ। ਇਸ ਤਾਂ ਵੋਟ ਦਿੰਦੇ ਇਕੱਲੀ, ਚੰਦਾ ਉਹ ਦਿੰਦਾ ਹੈ। ਵੱਡੇ ਵੱਡੇ ਖਰਚੇ ਰੈਲੀਆਂ ਦੇ ਇਹਨਾਂ ਦੇ ਕਾਰਪੋਰੇਟ ਕਰਦਾ ਹੈ। ਤਾਂ ਇਹਨਾਂ ਨੇ ਉਹਦੀ ਸੁਣਨੀ ਹੈ, ਸਾਥੋਂ ਤਾਂ ਵੋਟ ਲੈਣੀ ਹੈ। ਸਰਕਾਰ ਬਣਾਉਂਦਾ ਕਿਸਾਨ ਤੇ ਮਜ਼ਦੂਰ ਹੈ, ਲੇਕਿਨ ਸਰਕਾਰ ਚਲਾਉਂਦਾ ਕਾਰਪੋਰੇਟ ਹੈ। ਸਰਕਾਰ ਚਲਾਉਂਦਾ ਡੈਮੋਕ੍ਰੇਸੀ, ਲੋਕਾਂ ਵਾਸਤੇ ਲੋਕਾਂ ਦੀ ਸਰਕਾਰ ਗਲਤ ਕਿਹਾ ਜਾਂਦਾ ਹੈ। ਲੋਕ ਤਾਂ ਚੁਣਦੇ ਹੈ, ਚਲਾਉਂਦਾ ਉਹਨੂੰ ਕਾਰਪੋਰੇਟ ਹੈ, ਜਿਹਨੇ ਚੰਦਾ ਦਿੱਤਾ ਹੁੰਦਾ ਹੈ, ਜਿਹਨੇ ਉਹ ਚੁਣਾਵ ਲੜਵਾਏ ਹੁੰਦੇ ਉਹਨਾਂ ਨੂੰ, ਜਿਹਨੇ ਉਹ ਨੇਤੇ ਪੈਦਾ ਕੀਤੇ ਹੁੰਦੇ ਆ। ਤੁਸੀਂ ਮੰਨ ਕੇ ਚੱਲੋ ਕੋਈ ਬੰਦਾ ਹੀ MP ਦਾ ਚੁਣਾਵ ਇਸ ਟਾਈਮ, ਕੋਈ ਵੀ ਕਿੱਡਾ ਹੀ ਸੰਘਰਸ਼ ਚੋਂ ਨਿਕਲਿਆ ਬੰਦਾ ਹੋਵੇ, ਕੀ ਉਹ ਲੜ ਦੂਗਾ? ਲੜ ਹੀ ਨਹੀਂ ਸਕਦਾ। ਉਸ ਚੁਣਾਵ ਨੂੰ ਇਹਨਾਂ ਨੇ ਏਡਾ ਵੱਡਾ ਬਣਾਤਾ ਵੀ ਲੋਕਤੰਤਰ ਆਮ ਬੰਦੇ ਵਾਸਤੇ ਹੈ ਹੀ ਨਹੀਂ। ਆਮ ਬੰਦੇ ਵਾਸਤੇ ਆਮ ਬੰਦਾ ਤਾਂ ਪਿੰਡ ਦੀ ਸਰਪੰਚ ਹੀ ਨਹੀਂ ਲੜ ਸਕਦਾ। ਇੱਕ ਤੀਜੀ ਧਿਰ ਵੀ ਆ ਰਹੀ ਹੈ ਰਾਜਸਥਾਨ ਦੇ ਵਿੱਚ, ਉਹਨਾਂ ਨੇ ਵੀ ਇਹ ਚੌਥੀ ਧਿਰ ਹੈ ਜੀ, ਚੌਥੀ ਹੈ। ਤੀਜੀ ਤਾਂ ਪਿਛਲੇ ਸਾਲ ਹੀ ਆ ਗਈ ਸੀ ਜੀ। ਤੀਜੀ ਤਾਂ ਹਨੂਮਾਨ ਬੇਨੀਵਾਲ ਜੀ ਦੀ ਪਾਰਟੀ ਹੈ ਇੱਥੇ, ਰਾਸ਼ਟਰੀ ਲੋਕਤੰਤਰੀ ਪਾਰਟੀ। ਉਹਨੇ 4 MLA ਵੀ ਸੀ ਉਹਦੇ, 1 MP ਵੀ ਸੀ ਉਹਦਾ ਜੀ। ਉਹ ਤਾਂ ਹਨੂਮਾਨ ਬੇਨੀਵਾਲ ਜੀ ਦੀ ਪਾਰਟੀ ਹੈ। ਚੌਥੀ ਧਿਰ ਤਾਂ ਤੁਹਾਡੇ ਪੰਜਾਬ ਵਾਲੇ ਜਿਹੜੇ ਹਨ ਇਹ ਆ ਰਹੇ ਆ।